स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦਾ ਵਿੱਤੀ ਸੰਕਟ ਕੀ ਕਹਿ ਰਿਹਾ ਹੈ, ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਹੈ, ਪਰ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਇਸ ਵਿੱਤੀ ਸੰਕਟ ਤੋਂ ਉਭਰਿਆ ਜਾ ਸਕੇ। ਇਸੇ ਲਈ ਵਾਰ-ਵਾਰ ਇਹ ਵੀ ਕਿਹਾ ਜਾਂਦਾ ਹੈ, ਮੁਲਾਜ਼ਮਾਂ ਨੂੰ ਵੀ ਕਿਹਾ ਜਾਂਦਾ ਹੈ, ਸਾਰੇ ਦਫ਼ਤਰਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਆਪਣੇ ਖਰਚੇ ਘਟਾਓ ਤਾਂ ਜੋ ਅਸੀਂ ਵਿੱਤੀ ਸੰਕਟ ਜਿਹੜਾ ਉਸ ਤੋਂ ਨਿਕਲ ਸਕੀਏ। ਬੜੀ ਚੰਗੀ ਗੱਲ ਹੈ ਸਰਕਾਰ ਦੀ ਕਿ ਲੋਕਾਂ ਤੇ ਕੋਈ ਨਵਾਂ ਬੋਝ ਨਹੀਂ ਪਾਇਆ ਜਾ ਰਿਹਾ, ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾ ਰਿਹਾ। ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਮੈਨੇਜ ਕਰ ਰਹੇ ਹਾਂ, ਆਪਣੇ ਅੰਦਰ ਹੀ ਮੈਨੇਜ ਕਰ ਰਹੇ ਹਾਂ ਕਿ ਕਿਸੇ ਤਰੀਕੇ ਵਿੱਤੀ ਸੰਕਟ ਹੈ ਜਿਹੜਾ ਇਹ ਖਤਮ ਕੀਤਾ ਜਾ ਸਕੇ। ਹੁਣੇ ਵਿੱਤ ਵਿਭਾਗ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਨੋਟਿਸ ਜਾਰੀ ਕੀਤਾ ਗਿਆ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਕਿ ਕੋਈ ਨਵਾਂ ਖਰਚ ਨਹੀਂ ਕੀਤਾ ਜਾਏਗਾ, ਕੋਈ ਨਵੀਂ ਖਰੀਦਦਾਰੀ ਨਹੀਂ ਕੀਤੀ ਜਾਏਗੀ, ਸਿਰਫ ਤਨਖਾਹਾਂ, ਪੈਨਸ਼ਨਾਂ, ਪਾਣੀ ਤੇ ਬਿਜਲੀ ਦੇ ਬਿੱਲ ਨੇ ਜਿਹੜੇ ਉਹ ਤਾਰੇ ਜਾਣਗੇ। ਇਸ ਤੋਂ ਇਲਾਵਾ ਹੋਰ ਕੋਈ ਵੀ ਅਦਾਇਗੀ ਨਹੀਂ ਕੀਤੀ ਜਾਏਗੀ। ਜੇਕਰ ਕੋਈ ਐਮਰਜੈਂਸੀ ਕੋਈ ਚੀਜ਼ ਖਰੀਦਣੀ ਹੈ ਉਹਦੇ ਲਈ ਵੀ ਪਹਿਲਾਂ ਚਿੱਠੀ ਪਾਣੀ ਪਏਗੀ, ਉਸ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਹੋਏਗਾ। ਇਸ ਤੋਂ ਇਲਾਵਾ ਭਾਵੇਂ ਡਾਕਟਰ ਹੋਣ, ਮੁਲਾਜ਼ਮ ਹੋਣ ਜਾਂ ਪੁਲਿਸ ਵਾਲੇ ਹੋਣ, ਇਹਨਾਂ ਤਿੰਨਾਂ ਤੇ ਥੋੜੀ ਗਾਜ ਗਿਰਨ ਵਾਲੀ ਹੈ। ਸਰਕਾਰ ਤਾਂ ਇਹ ਕਹਿੰਦੀ ਹੈ ਕਿ ਐਡਜਸਟਮੈਂਟ ਕਰ ਰਹੇ ਹਾਂ, ਪਰ ਮੁਲਾਜ਼ਮ ਇਹਨੂੰ ਐਡਜਸਟਮੈਂਟ ਨਹੀਂ, ਇਹਨੂੰ ਕਹਿੰਦੇ ਨੇ ਕਿ ਸਾਡੇ ਉੱਤੇ ਗਾਜ ਗਿਰਨ ਵਾਲੀ ਹੈ। ਕੀ ਹੈ ਉਹਦੇ 'ਚ ਡਿਟੇਲ 'ਚ ਆਪਾਂ ਗੱਲ ਵੀ ਕਰਾਂਗੇ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਦੇ ਨਾਲ ਕਰਾ ਦਈਏ, ਫਿਰ ਅੱਗੇ ਵਧਦੇ ਹਾਂ। ਸੁਰਜੀਤ ਸਿੰਘ ਸਵੈਤ ਸਾਹਿਬ ਸਾਡੇ ਨਾਲ ਮੌਜੂਦ ਨੇ, ਬੁਲਾਰੇ ਨੇ ਪੰਜਾਬ ਕਾਂਗਰਸ ਦੇ। CDS ਕੰਬੋਜ ਸਾਹਿਬ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ। ਨੀਲ ਗਰਗ ਸਾਹਿਬ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। जगदेव कौल साहब साडे नाल मौजूद ने, कन्वीनर ने सांझा मंच चंडीगढ़ तो। SS चन्नी साहब सबका IAS ने और बुलार ने BJP दे। बहुत बहुत स्वागत है सारे मेहमानों का। अगे वधण तो पहला एक तुहानूं रिपोर्ट दिखाने कि जिहड़ी एक गल तां सारिआं नूं पता लग गई है कि जिहड़ा वित्त विभाग वालों चिट्ठी जारी की गई। इस तो इलावा जिस तरह मैं पहला कहा कि पुलिस होण या मुलाजम होण या डॉक्टर होण, उन्हां दियां जेबां दे विचों भी थोड़े पैसे कड्ढे जाणगे तां जो वित्ती संकट जिहड़ा उस तो उभरिया जा सके। सरकार ये कहती है कि जिन्ने क असीं पैसे कढ रहे हैं उन्हां नाल उन्हां तिन्ने वर्गां नूं कोई खास फर्क पैण वाला नहीं है, पर बजट दे विच वड्डा असर पवेगा। पंजाब दे वित्ती हालातां नूं सुधारन वाला एक चंगा कदम भी है। कुछ तरह इस नूं चंगा कदम भी मंदियां ने। सब तो पहला रिपोर्ट देखो। ਕੀ ਤੁਸੀਂ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਨੌਕਰੀ ਕਰਦੇ ਹੋ ਜਾਂ ਫਿਰ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਹੋ ਜਾਂ ਫਿਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੋ ਤਾਂ ਗੌਰ ਨਾਲ ਵੇਖੋ ਇਹ ਖਬਰ ਤੁਹਾਡੇ ਕੰਮ ਦੀ ਹੈ, ਕਿਉਂਕਿ ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ ਕੁਤਰਨ ਦੀ ਤਿਆਰੀ ਦੇ ਵਿੱਚ ਹੈ ਕੈਪਟਨ ਸਰਕਾਰ। ਕਿਵੇਂ, ਇਹ ਵੀ ਤੁਹਾਨੂੰ ਦੱਸਾਂਗੇ, ਪਰ ਉਸ ਤੋਂ ਪਹਿਲਾਂ ਇਹ ਜਾਣ ਲਓ ਕਿ ਸਰਕਾਰ ਦੇ ਇਹਨਾਂ ਫੈਸਲਿਆਂ ਨਾਲ ਸੂਬੇ ਦੇ 3,15,000 ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਸਿੱਧਾ ਅਸਰ ਹੋਵੇਗਾ। ਆਪਣੀ ਸਰਕਾਰੀ ਕੋਠੀ ਦੇ ਵਿੱਚ 27 AC ਅਤੇ 14 ਗੀਜ਼ਰ ਲਗਾਉਣ ਵਾਲੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਿਵੇਂ ਹਰ ਵਾਰ ਖਜ਼ਾਨਾ ਖਾਲੀ ਹੋਣ ਦਾ ਰਾਗ ਲਾਪਦੇ ਨੇ, ਇਹ ਤਾਂ ਤੁਸੀਂ ਜਾਣਦੇ ਹੀ ਹੋ। ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਖਜ਼ਾਨੇ ਤੇ ਭਾਰ ਨਾ ਪਾਉਣ ਦੇ ਲਈ ਮਨਪ੍ਰੀਤ ਬਾਦਲ ਆਪਣੇ ਦਫ਼ਤਰ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਚਾਹ ਪਿਆਉਣ ਤੋਂ ਵੀ ਇਨਕਾਰ ਕਰ ਦਿੰਦੇ। ਪਰ ਹੁਣ ਤੱਕ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਵਾਲੀ ਸਰਕਾਰ ਦੇ ਕੰਨਾਂ ਨੂੰ ਮੁਲਾਜ਼ਮਾਂ ਦੀਆਂ ਫੋਨਾਂ ਦੀਆਂ ਘੰਟੀਆਂ ਵੀ ਹੁਣ ਚੁੱਭਣ ਲੱਗੀਆਂ ਨੇ। ਇਸ ਲਈ ਸਰਕਾਰ ਮੁਲਾਜ਼ਮਾਂ ਨੂੰ ਮਿਲਣ ਵਾਲੇ ਮੋਬਾਈਲ ਬਿੱਲ ਦੇ ਭੱਤੇ ਦੇ ਵਿੱਚ ਕਟੌਤੀ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਕਲਾਸ A ਦੇ ਮੁਲਾਜ਼ਮਾਂ ਨੂੰ ਪਹਿਲਾਂ ਭੱਤਾ ਮਿਲਦਾ ਸੀ 500 ਰੁਪਏ, ਕਟੌਤੀ ਤੋਂ ਬਾਅਦ ਭੱਤਾ ਮਿਲੇਗਾ 200 ਰੁਪਏ। ਕਲਾਸ B ਦੇ ਮੁਲਾਜ਼ਮਾਂ ਨੂੰ ਪਹਿਲਾਂ ਭੱਤਾ ਮਿਲਦਾ ਸੀ 300 ਰੁਪਏ, ਕਟੌਤੀ ਤੋਂ ਬਾਅਦ ਮਿਲੇਗਾ ਭੱਤਾ 175 ਰੁਪਏ। ਕਲਾਸ C ਦੇ ਮੁਲਾਜ਼ਮਾਂ ਨੂੰ ਪਹਿਲਾਂ ਭੱਤਾ ਮਿਲਦਾ ਸੀ 250 ਰੁਪਏ, ਕਟੌਤੀ ਤੋਂ ਬਾਅਦ ਮਿਲੇਗਾ 150 ਰੁਪਏ। ਇਸੇ ਤਰ੍ਹਾਂ ਕਲਾਸ D ਦੇ ਮੁਲਾਜ਼ਮਾਂ ਨੂੰ ਪਹਿਲਾਂ ਭੱਤਾ ਮਿਲਦਾ ਸੀ 250 ਰੁਪਏ, ਕਟੌਤੀ ਤੋਂ ਬਾਅਦ ਮਿਲੇਗਾ ਮਹਿਜ਼ 100 ਰੁਪਏ। ਅਜਿਹਾ ਕਰਕੇ ਸਰਕਾਰ ਮੁਲਾਜ਼ਮਾਂ ਦੀਆਂ ਜੇਬਾਂ ਦੇ ਵਿੱਚੋਂ 43 ਕਰੋੜ ਰੁਪਏ ਕੱਢਣ ਦੀ ਤਾਕ ਦੇ ਵਿੱਚ ਹੈ। ਆਮ ਮੁਲਾਜ਼ਮਾਂ ਨੂੰ ਜਿਹੜਾ ਮੋਬਾਈਲ ਭੱਤਾ ਦਿੱਤਾ ਗਿਆ, ਜਿਹੜਾ ਬੜੀ ਲੜਾਈ ਲੜਨ ਤੋਂ ਬਾਅਦ ਪ੍ਰਾਪਤ ਕੀਤਾ ਗਿਆ ਸੀਗਾ 2011 ਦੇ ਵਿੱਚ, ਉਹਨੂੰ ਖੋਇਆ ਜਾ ਰਿਹਾ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਨਵੀਂ ਲੈਟਰ ਕੱਢਤੀ। ਉਹ ਲੈਟਰ ਦੇ ਵਿੱਚ ਇਹ ਜਿਹੜਾ ਕਿਹਾ ਗਿਆ ਕਿ ਜਿਹੜੇ ਮੁਲਾਜ਼ਮ ਆਪਣੇ ਲੋਕਤੰਤਰੀ ਹੱਕਾਂ ਦੇ ਲਈ ਲੋਕਤੰਤਰ ਦੇ ਤਹਿਤ, ਕਨਸਟੀਟਿਊਸ਼ਨ ਦੇ ਤਹਿਤ ਆਪਣੀ ਜਿਹੜਾ ਰੋਸ ਪ੍ਰਗਟ ਕਰਨਾ, ਉਹਨਾਂ ਉਹ ਹੜਤਾਲ ਵੀ ਕਰ ਸਕਦੇ ਨੇ। ਉਹ ਜਿਹੜਾ ਉਹ ਹੱਕ ਵੀ ਖੋਇਆ ਜਾ ਰਿਹਾ। ਹੁਣ ਦੱਸੋ ਕਿ ਜੇ ਮੁਲਾਜ਼ਮਾਂ ਨੇ ਹੜਤਾਲ ਕਰਨੀ ਖੁਸ਼ੀ ਲਈ ਥੋੜਾ ਕਰਨੀ ਹੈ। ਇਹ ਤਾਂ ਗੱਲ ਹੋਈ ਮੁਲਾਜ਼ਮਾਂ ਦੀ, ਪਰ ਖਜ਼ਾਨਾ ਭਰਨ ਦੀ ਕੋਸ਼ਿਸ਼ ਦੇ ਵਿੱਚ ਸਰਕਾਰ ਸੂਬੇ ਦੀ ਸਿਹਤ ਸਹੂਲਤਾਂ ਵੱਡਾ ਅਸਰ ਪਾਉਣ ਜਾ ਰਹੀ ਹੈ। ਸਰਕਾਰ ਵੱਲੋਂ ਡਾਕਟਰਾਂ ਦਾ ਨਾਨ ਪ੍ਰੈਕਟਿਸ ਅਲਾਊਂਸ ਯਾਨੀ NPA ਵੀ ਬੰਦ ਕਰਕੇ 153 ਕਰੋੜ ਰੁਪਏ ਕਮਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਮਤਲਬ ਇਹ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਸਕਣਗੇ ਤੇ ਇਸ ਦਾ ਸਿੱਧਾ ਅਸਰ ਗਰੀਬਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਵਾਂ ਤੇ ਵੀ ਪਵੇਗਾ। ਯਾਦ ਕਰਾ ਦਈਏ ਕਿ ਡਾਕਟਰਾਂ ਨੂੰ ਬੇਸਿਕ ਦਾ 25% ਨਾਨ ਪ੍ਰੈਕਟਿਸ ਅਲਾਊਂਸ ਵਜੋਂ ਮਿਲਦਾ ਹੈ। ਜਿਹੜੇ ਗਰੀਬ ਲੋਕ ਸਰਕਾਰੀ
ਸੇਵਾਵਾਂ ਸਿਹਤ ਸੇਵਾਵਾਂ ਤੇ ਨਿਰਭਰ ਹਨ ਉਹਨਾਂ ਤੇ ਸਿੱਧਾ ਅਸਰ ਪਏਗਾ, ਕਿਉਂਕਿ ਕਿਤੇ ਉਹ 10 ਰੁਪਏ ਦੀ ਪਰਚੀ ਬਣਾ ਕੇ ਡਾਕਟਰ ਨੂੰ ਦਿਖਾਉਂਦੇ ਸਨ, ਹੁਣ ਉਹੀ ਉਹਨਾਂ ਨੂੰ 300 ਰੁਪਏ ਦੀ ਪਰਚੀ ਤੇ ਡਾਕਟਰ ਦੇਖਿਆ ਕਰੇਗਾ। ਔਰ ਸ਼ਾਮ ਨੂੰ ਤੇ ਰਾਤ ਨੂੰ ਜਿਹੜੀਆਂ ਐਮਰਜੈਂਸੀ ਮਾਹਰ ਸੇਵਾਵਾਂ ਨੇ ਉਹਨਾਂ ਤੇ ਵੀ ਸਿੱਧਾ ਅਸਰ ਪਏਗਾ ਔਰ ਜੱਚਾ ਬੱਚਾ ਸਿਹਤ ਸੇਵਾਵਾਂ ਤੇ ਅਸਰ ਪਏਗਾ। ਸਿਹਤ ਸਹੂਲਤਾਵਾਂ ਤੋਂ ਇਲਾਵਾ ਪੰਜਾਬ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਵੀ ਬਲੀ ਚੜਾਉਣ ਤੋਂ ਗੁਰੇਜ਼ ਕਰਦੀ ਨਜ਼ਰ ਨਹੀਂ ਆ ਰਹੀ। ਪੁਲਿਸ ਦੇ ਤਕਰੀਬਨ 80,000 ਮੁਲਾਜ਼ਮਾਂ ਨੂੰ ਮਿਲਦੀ 1 ਮਹੀਨੇ ਦੀ ਵਾਧੂ ਤਨਖਾਹ ਨੂੰ ਖੋਹ ਕੇ 1 ਸਾਲ ਦੇ ਵਿੱਚ 30 ਦਿਨਾਂ ਦੀਆਂ ਵਾਧੂ ਛੁੱਟੀਆਂ ਦੇਣਾ ਚਾਹੁੰਦੀ ਹੈ, ਜਿਸ ਨਾਲ ਸਰਕਾਰ ਦੇ ਖਜ਼ਾਨੇ 'ਚ 312 ਕਰੋੜ ਰੁਪਏ ਤਾਂ ਆ ਜਾਣਗੇ, ਪਰ ਕਾਨੂੰਨ ਵਿਵਸਥਾ ਦੇ ਵਿਗੜਨ ਦਾ ਖਤਰਾ ਵੀ ਵੱਧ ਜਾਏਗਾ। ਮੋਬਾਈਲ ਅਲਾਊਂਸ ਘਟਾਈ ਜਾ ਰਹੇ ਹੈ ਔਰ ਮੁਲਾਜ਼ਮਾਂ ਦੇ ਹੜਤਾਲ ਦੌਰਾਨ ਜਿਹੜੀ ਪੇ ਕੱਟਣ ਦਾ ਫੈਸਲਾ ਕੀਤਾ ਗਿਆ ਸਰਕਾਰ ਨੇ, ਮੈਂ ਸਾਰੇ ਦੀ ਨਿੰਦਾ ਕਰਦਾਂਗਾ, ਪਰਜੋਰ ਨਿੰਦਾ ਕਰਦਾਂਗਾ ਤੇ ਸਰਕਾਰ ਨੂੰ ਚੇਤਾਵਨੀ ਦਿੰਦਾਂਗਾ ਵੀ ਜਿਹੜੇ ਤੁਸੀਂ ਗੱਡਰ ਜੱਸੀਆਂ ਕੱਢ ਰਹੇ ਹੋ, ਅਸੀਂ ਮੁਲਾਜ਼ਮ ਇਹਨਾਂ ਚੀਜ਼ਾਂ ਤੋਂ ਡਰਨ ਵਾਲੇ ਨਹੀਂ ਹੈਗੇ। ਅਸੀਂ ਹੱਕੀ ਮੰਗਾਂ ਵਾਸਤੇ ਲੜਾਂਗੇ, ਬੇਸ਼ੱਕ ਤੁਹਾਨੂੰ ਜੇਲ੍ਹ ਭੇਜ ਦਿਓ, ਬੇਸ਼ੱਕ ਸਾਨੂੰ ਗੋਲੀਆਂ ਖਾਣੀਆਂ ਪੈ ਜਾਣ, ਪਰ ਅਸੀਂ ਅੰਦਰ ਵੜ ਕੇ ਨਹੀਂ ਬੈਠਾਂਗੇ, ਤੁਹਾਡਾ ਮੁਕਾਬਲਾ ਕਰਾਂਗੇ। ਅਸੀਂ ਇਹਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਹੀ ਇਹਦੀਆਂ ਕਾਪੀਆਂ ਫੂਕਾਂਗੇ ਔਰ ਇਹ ਕਾਪੀਆਂ ਫੂਕਣ ਦਾ ਜਿਹੜਾ ਸੇਕ ਆ ਮੰਤਰੀਆਂ ਦੇ ਘਰ ਤੱਕ ਪਹੁੰਚਾਉਣ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਲਗਾਤਾਰ ਅਣਮਿੱਥੇ ਸਮੇਂ ਦੀ ਕੰਮ ਛੋੜ ਹੜਤਾਲ ਕਰਕੇ ਹੀ ਇਹਦਾ ਅਸੀਂ ਜਵਾਬ ਦੇਵਾਂਗੇ। ਪਹਿਲਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੁਲਾਜ਼ਮਾਂ ਦਾ ਡੀਏ ਤੇ ਤਨਖਾਹ ਕਮਿਸ਼ਨ ਦੇਣ ਦੇ ਵਿੱਚ ਅਸਮਰਥਤਾ ਜ਼ਾਹਰ ਕਰ ਚੁੱਕੇ ਨੇ ਤੇ ਉਲਟਾ ਮੁਲਾਜ਼ਮਾਂ ਤੇ 2400 ਰੁਪਏ ਸਾਲਾਨਾ ਵਿਕਾਸ ਟੈਕਸ ਥੋਪ ਕੇ ਉਹਨਾਂ ਦੀ ਜੇਬ ਕੱਟੀ ਜਾ ਰਹੀ ਹੈ ਤੇ ਕਲਮ ਛੋੜ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟਣ ਦਾ ਵੀ ਐਲਾਨ ਕਰ ਦਿੱਤਾ ਗਿਆ। ਅਜੇ ਇਹਦੇ ਵਿੱਚ ਸਵਾਲ ਇਹੀ ਹੈ ਕਿ ਕੀ ਸੂਬੇ ਦੀ ਆਰਥਿਕਤਾ ਸੁਧਾਰਨ ਦੇ ਲਈ ਸਰਕਾਰ ਦੇ ਕੋਲ ਸਿਰਫ ਨੌਕਰੀ ਪੇਸ਼ਾ ਲੋਕਾਂ ਦੀਆਂ ਜੇਬਾਂ ਕੱਟਣ ਦਾ ਹੀ ਤਰੀਕਾ ਬਾਕੀ ਰਹਿ ਗਿਆ। ਤਰਲੋਚਨ ਸਿੰਘ, ਪੀਟੀਸੀ ਨਿਊਜ਼, ਚੰਡੀਗੜ੍ਹ। ਸੋ ਸਥਿਤੀ ਜਿਹੜੀ ਹੈ, ਆਰਥਿਕ ਸਥਿਤੀ ਹੈ, ਉਹ ਕਾਫੀ ਡਾਮਾਡੋਲ ਹੈ। ਇਸ ਕਰਕੇ ਕੁਝ ਨਾ ਕੁਝ ਯਤਨ ਕਰਨੇ ਪੈਣੇ ਨੇ। ਸਰਕਾਰ ਹੀ ਯਤਨ ਕਰ ਰਹੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ 48 ਕਰੋੜ ਰੁਪਈਆ ਜਿਹੜਾ ਉਹ ਬਚਾਇਆ ਜਾਏਗਾ ਮੋਬਾਈਲ ਫੋਨਾਂ ਤੋਂ, 153 ਕਰੋੜ ਰੁਪਈਆ ਐਨਪੀਏ ਤੋਂ ਔਰ 312 ਕਰੋੜ ਰੁਪਈਆ ਜਿਹੜਾ ਉਹ ਪੁਲਿਸ ਮੁਲਾਜ਼ਮਾਂ ਨੂੰ 1 ਮਹੀਨੇ ਦੀ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਉਸ ਤੋਂ ਬਚਾਇਆ ਜਾਏਗਾ। ਮੈਂ ਸਵੈਚ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਕਰਦਾ। ਚੰਗੀ ਗੱਲ ਹੁੰਦੀ ਹੈ ਕਿਸੇ ਵੀ ਸਰਕਾਰ ਦੇ ਲਈ ਕਿ ਆਰਥਿਕ ਸਥਿਤੀ ਨੂੰ ਸਮਝਣਾ ਔਰ ਆਰਥਿਕ ਸਥਿਤੀ ਨੂੰ ਨਜਿੱਠਿਆ ਕਿਵੇਂ ਜਾਏ ਉਸ ਤਰੀਕੇ ਨੂੰ ਸਮਝਣਾ, ਪਰ ਕੀ ਜਿਸ ਤਰੀਕੇ ਦੇ ਨਾਲ ਸਰਕਾਰ ਇਹ ਕੰਮ ਕਰ ਰਹੀ ਹੈ ਇਹ ਤੁਹਾਨੂੰ ਵਾਜਬ ਲੱਗਦੇ ਨੇ? ਕਿਉਂਕਿ ਸਰਕਾਰੀ ਮੁਲਾਜ਼ਮ ਕਹਿੰਦੇ ਨੇ ਕਿ ਸਾਰੀ ਗਾਜ ਸਿਰਫ ਸਾਡੇ ਤੇ ਹੀ ਡਿੱਗਦੀ ਹੈ, ਹੋਰ ਕਿਸੇ ਤੇ ਕੋਈ ਫਰਕ ਨਹੀਂ ਪੈਂਦਾ। ਦੇਖੋ, ਇਹਦੇ 'ਚ ਤਾਂ ਕੋਈ ਦੋਰਾਵਾ ਨਹੀਂ ਹੈਗੀ ਹੈ ਜੀ ਕਿ ਜਿਹੜੀ ਵਿੱਤੀ ਸਥਿਤੀ ਹੈਗੀ ਪੰਜਾਬ ਦੀ ਬਹੁਤ ਗੰਭੀਰ ਹੈਗੀ ਹੈ ਜੀ। ਤੇ ਇਸ ਕਰਕੇ ਫਾਈਨਾਂਸ ਮਿਨਿਸਟਰ ਕੋਈ ਵੀ ਹੋਵੇ ਜੀ, ਚਾਹੇ ਉਹ ਘਰ ਦਾ ਖਰਚਾ ਹੋਵੇ ਚਾਹੇ ਕਿਤੇ ਸਰਕਾਰ ਦਾ ਖਰਚਾ ਹੋਵੇ ਜੀ, ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਸੰਜਮ ਨਾਲ ਤਾਂ ਚੱਲਣਾ ਪਏਗਾ ਜੀ। ਕਿਉਂਕਿ ਸਾਰੇ ਆਪਾਂ ਜਾਣਦੇ ਹਾਂ ਕਿ ਬਹੁਤ ਇਸ ਤਰ੍ਹਾਂ ਦੀ ਪਹਿਲਾਂ ਸਥਿਤੀ ਪੰਜਾਬ 'ਚ ਨਹੀਂ ਆਈ ਸੀ ਕਦੇ, ਕਿਉਂਕਿ ਕਾਰਨ ਕਈ ਨੇ ਜੀ। ਕਾਰਨ ਜਿਵੇਂ ਮੈਂ ਸਿੱਧਾ ਕਹਿ ਲਵਾਂ ਜੀ ਕਿ ਜੋ ਪਿਛਲੀ ਸਰਕਾਰ ਦੇ ਗਲਤ ਫੈਸਲੇ ਸੀਗੇ ਉਹਦੇ ਨਾਲ ਹਜ਼ਾਰਾਂ ਕਰੋੜ ਦਾ ਜਿਹੜਾ ਹੈਗਾ ਉਹ ਪੰਜਾਬ ਨੂੰ ਜਿਹੜਾ ਘਾਟਾ ਹਰ ਸਾਲ ਹਰ ਮਹੀਨੇ ਪੈਂਦਾ ਜਾ ਰਿਹਾ ਜੀ। ਉਤੋਂ ਨੋਟਬੰਦੀ, ਉਤੋਂ ਜਿਹੜਾ GST ਸਾਡਾ ਜਿਹੜਾ ਹਰ ਮਹੀਨੇ 2-2 ਮਹੀਨੇ ਦੇ ਪਿੱਛੇ ਸਾਡਾ ਬੈਕਲੌਗ ਸਾਡਾ ਪਿਆ ਜੀ, ਹੁਣ ਵੀ ਅਕਤੂਬਰ ਤੋਂ ਪਿਆ, ਉਹ ਨਹੀਂ ਆਇਆ ਸਾਡਾ। ਸੋ ਇਸ ਤਰ੍ਹਾਂ ਕਰਕੇ ਪੰਜਾਬ ਸਰਕਾਰ ਨੂੰ, ਖਾਸ ਕਰ ਸਾਡੇ ਵਿੱਤ ਮੰਤਰੀ ਜੀ ਨੂੰ, ਬਾਦਲ ਸਾਹਿਬ ਨੂੰ ਇਹ ਤਾਂ ਕਰਨਾ ਪੈਣਾ ਜੀ। ਲੇਕਿਨ ਕਿੱਥੇ ਕਿੰਨਾ ਕਰਨਾ ਹੈ ਉਹ ਉਹਨਾਂ ਨੇ ਦੇਖਣਾ ਹੈ। ਜਿਵੇਂ ਹੁਣ ਡਾਕਟਰ ਦੀ ਹੈਗੀ NPA ਦੀ, ਨਾਨ ਪ੍ਰੈਕਟਿਸਿੰਗ ਅਲਾਊਂਸ ਦੀ ਬੰਦ ਕਰਨ ਦੀ ਗੱਲ ਹੈਗੀ ਹੈ, ਉਹ ਅਜੇ ਫਾਈਨਲ ਨਹੀਂ ਹੈਗੀ। ਉਹ ਹੈਲਥ ਮਿਨਿਸਟਰੀ ਜਿਹੜੀ ਹੈਗੀ ਆਪਣੀ ਡਿਪਾਰਟਮੈਂਟ ਜਿਹੜੀ ਹੈਗੀ ਉਹਦਾ ਵਿਰੋਧ ਹੋ ਰਿਹਾ ਹੈ ਤੇ ਉਹ ਅਜੇ ਉਹਦਾ ਵਿਚਾਰ ਅਜੇ ਹੈ ਨਹੀਂ, ਫਾਈਨਲ ਨਹੀਂ ਹੋਇਆ ਅਜੇ। ਉਹਦੇ ਤੇ ਲੱਗਣਾ ਹੈ ਨਹੀਂ ਲੱਗਣਾ, ਕੱਟਣਾ ਹੈ ਨਹੀਂ ਕੱਟਣਾ, ਉਹ ਵੀ। ਬਾਕੀ ਜਿਹੜਾ ਇਹ ਦੇਖੋ ਅਮਾਊਂਟ ਥੋੜਾ ਹੈ, 43 ਤੁਸੀਂ ਕਿਹਾ 43 ਕਰੋੜ ਜਿਹੜਾ ਹੈਗਾ ਮੋਬਾਈਲ ਫੋਨਾਂ ਦਾ, ਉਹ ਸ਼ਾਇਦ ਇਸ ਕਰਕੇ ਕੀਤਾ ਕਿ ਹੁਣ ਮੋਬਾਈਲ ਦੇ ਰੇਟ ਜਿਹੜੇ ਘਟ ਗਏ ਨੇ ਜੀ ਬਹੁਤ। ਜਦੋਂ ਪਹਿਲਾਂ ਲਗਾਏ ਸੀਗੇ ਉਦੋਂ ਕਾਲ ਦੇ ਰੇਟ ਬੜੇ ਮਹਿੰਗੇ ਸੀਗੇ, ਉਸ ਹਿਸਾਬ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਮੁਲਾਜ਼ਮ ਨੂੰ। ਇਸ ਤੇ ਬਹੁਤ ਹੀ ਵੱਡੀ ਗੱਲ ਤਾਂ ਹੈ ਨਹੀਂ ਗੀ ਇਹ, ਲੇਕਿਨ ਇਸ ਤੇ ਵੀ ਜਿਹੜੀ ਗੱਲ ਬਾਕੀ ਜਿੰਨਾ ਦੇਖੋ ਨਹੀਂ ਸਵੈਚ ਸਾਹਿਬ, ਮੈਂ ਸਾਰੀਆਂ ਗੱਲਾਂ ਤੋਂ ਸਹਿਮਤ ਹਾਂ, ਪਰ ਮੁਲਾਜ਼ਮ ਵਰਗ ਕਹਿੰਦਾ ਕਿ ਤੁਹਾਨੂੰ ਸਿਰਫ ਅਸੀਂ ਕਿਉਂ ਨਜ਼ਰ ਆਉਂਦੇ ਆ? ਇਸ ਤੋਂ ਪਹਿਲਾਂ 2400 ਰੁਪਈਆ ਸਾਲਾਨਾ ਤੁਸੀਂ ਉਹਨਾਂ ਤੇ ਟੈਕਸ ਲਗਾ ਦਿੱਤਾ, ਉਹ ਅਲੱਗ ਤੋਂ ਦਿੰਦੇ ਨੇ, ਇਨਕਮ ਟੈਕਸ ਉਹ ਅਲੱਗ ਤੋਂ ਭਰਦੇ ਨੇ, ਸਿਰਫ ਗਾਜ਼ ਇਹਨਾਂ ਮੁਲਾਜ਼ਮਾਂ ਤੇ ਹੀ ਕਿਉਂ ਗਿਰਦੀ ਹੈ? ਨਹੀਂ ਦੇਖੋ ਜੀ, ਇਹ ਹੈਗੀ ਹੈ ਕਿ ਸਰਕਾਰ ਵੱਲੋਂ ਇੱਕ ਸ਼ੁਰੂਆਤ ਹੋਈ ਹੈ ਜੀ। ਆਪਾਂ ਨੂੰ ਸੰਜਮ ਜਿਹੜੇ ਸਖਤ ਸਟੈਪ ਹੋਰ ਵੀ ਲੈਣੇ, ਕਿਤੇ ਨਾ ਕਿਤੇ ਸਰਕਾਰ ਨੂੰ, ਕਿਤੇ ਨਾ ਕਿਤੇ ਤਾਂ ਤੁਸੀਂ ਉੱਥੇ ਰੱਖੋ ਨਾ ਜਿਹੜਾ ਤੁਹਾਡਾ ਟਾਰਗੇਟ ਹੈ। ਤੁਹਾਡਾ ਟਾਰਗੇਟ ਹੈ ਕਿ ਅਸੀਂ ਟੈਕਸ ਇੰਨਾ ਰੈਵਨਿਊ ਇਕੱਠਾ ਕਰਨਾ, ਉਸ ਦੇ ਵਿੱਚ ਤੁਹਾਡੀ ਕਮੀ ਹੈ। ਜਿਹੜੇ ਡਿਪਾਰਟਮੈਂਟ ਆਪਣਾ ਟਾਰਗੇਟ ਟੈਕਸ ਇਕੱਠਾ ਨਹੀਂ ਕਰ ਪਾਏ, ਕਾਰਵਾਈ ਤਾਂ ਉੱਥੇ ਹੋਣੀ ਚਾਹੀਦੀ ਹੈ। ਜਿਹੜੇ ਲੂਪਹੋਲ ਖੁੱਲੇ ਹੋਏ ਨੇ ਟਾਈਟ, ਤਾਂ ਉਹਨਾਂ ਨੂੰ ਕਰਨ ਦੀ ਲੋੜ ਹੈ। ਹਰ ਥਾਂ ਤੇ ਐਕਸ਼ਨ ਹੋਏਗਾ ਜੀ, ਉੱਥੇ ਵੀ ਸਟੈਪ ਲਏ ਜਾਣਗੇ ਜੀ।
ਜਿੱਥੇ ਜਿੱਥੇ ਸਾਡਾ ਜਿਹੜਾ ਘਾਟਾ ਪੈ ਰਿਹਾ, ਰੈਵਨਿਊ ਲਾਸ ਹੋ ਰਿਹਾ ਜਾਂ ਜਿੱਥੇ ਐਕਸਪੈਂਡ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ, ਮੈਂ ਹੋਰ ਅੰਕੜਾ ਦੱਸ ਦਿੰਦਾ ਜੀਐਸਟੀ ਦਾ ਜਿਹੜਾ ਰੈਵਨਿਊ ਸਿਰਫ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਘੱਟ ਰੈਵਨਿਊ ਇਕੱਠਾ ਹੋਇਆ ਜੀਐਸਟੀ ਦਾ 55% ਹੋਇਆ, 45% ਜਿਹੜਾ ਟਾਰਗੇਟ ਲਾਸ ਹੋਇਆ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹਦਾ ਕਾਰਨ ਪੰਜਾਬ ਸਰਕਾਰ ਨਹੀਂ ਹੈ? ਕੌਣ ਹੈ? ਜੀਐਸਟੀ ਦੀ ਸੈਂਟਰ ਗਵਰਨਮੈਂਟ ਹੈ ਜੀ, ਉਹਦਾ ਜੀਐਸਟੀ ਸੈਂਟਰ ਗਵਰਨਮੈਂਟ ਆ ਕੇ ਇੱਥੇ ਇਕੱਠਾ ਕਰੇਗੀ? ਨਹੀਂ ਜੀ, ਇਕੱਠਾ ਤਾਂ ਤੁਸੀਂ ਕਰਨਾ ਨਾ। ਜਿਹੜਾ ਸਿਸਟਮ ਹੈ ਜੀ, ਸਿਸਟਮ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦਾ ਬਣਾਇਆ ਹੋਇਆ ਜੀ। ਹਰਿਆਣਾ ਚ ਕਿਵੇਂ ਹੋਊਗਾ? ਬਿਲਕੁਲ ਉਹਦੇ ਨਾਲ ਹਰਿਆਣਾ ਹਿਮਾਚਲ ਚ ਕਿਵੇਂ ਹੋਊਗਾ? ਬਾਕੀ ਸੂਬਿਆਂ ਚ ਕਿਵੇਂ ਹੋਊਗਾ? ਸਟੇਟਾਂ 'ਚ ਬਹੁਤ ਘੱਟ ਹੈਗਾ ਜੀ। ਪੰਜਾਬ ਦਾ ਜਿਹੜਾ ਪੰਜਾਬ ਸਭ ਤੋਂ ਘੱਟ ਹੈ, ਮੈਂ ਦਾਅਵੇ ਨਾਲ ਕਹਿ ਰਿਹਾ ਤੁਹਾਨੂੰ ਸਵੈਚ ਸਾਹਿਬ, ਮੇਰੇ ਕੋ ਅੰਕੜੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ, ਤੁਸੀਂ ਮੈਨੂੰ ਚੈਲੰਜ ਕਰੋ ਨਹੀਂ ਹੈ ਘੱਟ ਤਾਂ। ਪੰਜਾਬ ਸਭ ਤੋਂ ਘੱਟ ਟਾਰਗੇਟ ਕਿਉਂ ਹੋ ਰਿਹਾ? ਇਹਦਾ ਪੰਜਾਬ ਸਰਕਾਰ ਨਹੀਂ ਹੈ ਜ਼ਿੰਮੇਵਾਰ ਹੈਗੀ ਜੀ, ਇਹਦੀ ਸੈਂਟਰ ਸਰਕਾਰ ਦੀ ਜਿਹੜੀ ਹੈਗੀ ਇਹ ਜੀਐਸਟੀ ਸਕੀਮ ਜਿਹੜੀ ਹੈਗੀ ਹੈ ਜੀ ਉਹ ਰਿਸਪੌਂਸਿਬਲ ਹੈਗੀ। ਅਦਰਵਾਈਜ਼ ਐਕਸਪੈਕਟੇਸ਼ਨ ਇਹ ਸੀਗੀ ਕਿ ਪੰਜਾਬ ਬੀਇੰਗ ਏ ਕੰਜ਼ਿਊਮਰ ਸਟੇਟ ਇੱਥੇ ਜ਼ਿਆਦਾ ਆਉਣਾ ਸੀ ਜੀਐਸਟੀ, ਲੇਕਿਨ ਉਹ ਘੱਟ ਆ ਰਿਹਾ। ਸਾਡਾ ਪੰਜਾਬ ਦਾ ਕਸੂਰ ਨਹੀਂ ਹੈਗਾ ਇਹਦੇ ਵਿੱਚ। ਦੇਖੋ ਸਵੈਚ ਸਾਹਿਬ ਜਿਹੜੀ ਇਹ ਸੈਂਟਰ ਗਵਰਨਮੈਂਟ ਨੇ ਜੀਐਸਟੀ ਦੇ ਜਿਹੜੇ ਤੁਸੀਂ ਦੇਖੋ ਜੀਐਸਟੀ ਤੁਸੀਂ ਇਕੱਠਾ ਕਰਕੇ ਰਿਫੰਡ ਨਹੀਂ ਆ ਰਿਹਾ ਜੀ, ਜੀਐਸਟੀ ਦਾ ਸੈਂਟਰ ਗਵਰਨਮੈਂਟ ਦਾ ਰਿਫੰਡ ਨਹੀਂ ਆ ਰਿਹਾ। ਸਾਹਿਬ ਦੋ ਵੱਖਰੀਆਂ ਗੱਲਾਂ ਨੇ। ਰਿਫੰਡ ਵੱਖਰੀ ਗੱਲ ਹੈਗੀ ਆ, ਟਾਰਗੇਟ ਜੀਐਸਟੀ ਦਾ ਪੂਰਾ ਕਰਨਾ ਉਹ ਵੱਖਰੀ ਗੱਲ ਹੈਗੀ ਆ। ਸਰਕੂਲੇਸ਼ਨ ਰੁਕੇਗੀ, ਐਕਟੀਵਿਟੀ ਰੁਕੇਗੀ, ਬਿਜ਼ਨਸ ਰੁਕੇਗਾ, ਟ੍ਰਾਂਜੈਕਸ਼ਨ ਨਹੀਂ ਹੋਣਗੀਆਂ ਤੇ ਜੀਐਸਟੀ ਕੱਟੇਗਾ। ਚਲੋ ਮੈਂ ਆ ਜਾਣਾ ਇੱਕ ਮਿੰਟ, ਮੈਂ ਆ ਜਾਣਾ ਇਸ ਗੱਲ ਤੇ ਬਾਅਦ ਚ ਆਪਾਂ ਚਰਚਾ ਕਰਦੇ ਹਾਂ। ਹਾਂਜੀ ਕੰਬੋਜ ਸਾਹਿਬ, ਜਿਹੜੀਆਂ ਗੱਲਾਂ ਸਰਕਾਰ, ਚਲੋ ਵਿਰੋਧੀ ਪਾਰਟੀਆਂ ਨੇ ਵਿਰੋਧ ਹੀ ਕਰਨਾ ਹੁੰਦਾ, ਸਿਰਫ ਵਿਰੋਧ ਲਈ ਵਿਰੋਧ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਵੀ ਚਾਹੁੰਦੇ ਹੋ ਕਿ ਲੋਕਾਂ ਤੇ ਕੋਈ ਬੋਝ ਨਾ ਪਵੇ, ਕੋਈ ਨਵਾਂ ਟੈਕਸ ਨਾ ਲੱਗੇ, ਔਰ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਆਰਥਿਕਤਾ ਸਹੀ ਬਣੀ ਰਹੇ। ਇਹ ਦੋਵੇਂ ਚੀਜ਼ਾਂ ਇਕੱਠੀਆਂ ਤਾਂ ਹੋ ਨਹੀਂ ਸਕਦੀਆਂ। ਜੇ ਸਰਕਾਰ ਹੁਣ ਉਪਰਾਲਾ ਕਰ ਰਹੀ ਹੈ, ਥੋੜੀਆਂ ਚੀਜ਼ਾਂ ਸਾਰਿਆਂ ਦੀ ਜੇਬਾਂ ਚੋਂ ਕੱਢ ਕੇ ਆਰਥਿਕ ਸਥਿਤੀ ਠੀਕ ਕਰਨਾ ਚਾਹੁੰਦੀ ਹੈ, ਤਾਂ ਵੀ ਵਿਰੋਧ ਕਰ ਰਹੇ ਹੋ ਤੁਸੀਂ? ਤੁਸੀਂ ਨਾ ਹਰਪ੍ਰੀਤ ਜੀ ਮੈਨੂੰ ਥੋੜਾ ਰੋਕਿਓ ਨਾ ਜੀ। ਅੱਜ 3 ਪੁਆਇੰਟ ਨੇ, ਪਰ ਮੈਂ ਮੁੱਦੇ ਤੇ ਰਹੋ, ਫਿਰ ਬਿਲਕੁਲ ਟੋਕਾਂਗਾ। ਇੱਧਰ ਉੱਧਰ ਜਾਓਗੇ ਫਿਰ ਮੈਂ ਬੋਲਣ ਨਹੀਂ ਮੁੱਦੇ ਤੋਂ ਇੱਕ ਕਦਮ ਬਾਹਰ ਵੀ ਜਾਵਾਂ ਤਾਂ ਉੱਥੇ ਰੋਕ ਲਈ। ਠੀਕ ਹੈ। ਪਹਿਲੀ ਗੱਲ ਹੈ ਕਿ ਆਪਾਂ ਨਾਨ ਪ੍ਰੈਕਟਿਸਿੰਗ ਅਲਾਊਂਸ ਦੀ ਗੱਲ ਕਰ ਲਈਏ। ਨਾਨ ਪ੍ਰੈਕਟਿਸਿੰਗ ਅਲਾਊਂਸ ਜਿਹੜਾ ਹੈਗਾ ਉਹ ਅੰਗਰੇਜ਼ਾਂ ਦੇ ਵੇਲੇ ਤੋਂ ਦਿੱਤਾ ਜਾ ਰਿਹਾ ਸੀਗਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਠੀਕ ਹੈ। ਔਰ ਇੱਕ ਫੌਜ ਹੈ, ਇੱਕ ਪੁਲਿਸ ਹੈ ਔਰ ਇੱਕ ਡਾਕਟਰਸ ਨੇ ਜਿਨ੍ਹਾਂ ਨੂੰ 24 ਘੰਟੇ ਕੰਮ ਹੁੰਦਾ ਹੈ। ਤਾਂ ਤੁਸੀਂ ਜਿਹੜਾ ਡਾਕਟਰਾਂ ਨੂੰ ਇਸ ਕਰਕੇ ਨਾਨ ਪ੍ਰੈਕਟਿਸਿੰਗ ਅਲਾਊਂਸ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੀਆਂ 24 ਘੰਟੇ ਸੇਵਾਵਾਂ ਦੀ ਲੋੜ ਹੈ ਕਿ ਗਾਇਨੋਕੋਲੋਜਿਸਟ ਜੇ ਰਾਤ ਨੂੰ ਡਿਲੀਵਰੀ ਹੋਵੇ ਤਾਂ ਡਾਕਟਰ ਨੂੰ ਉਸੇ ਵੇਲੇ ਆਉਣਾ ਪੈਂਦਾ, ਕੋਈ ਆਰਥੋਪੈਡਿਕ ਨੂੰ, ਕੋਈ ਸਰਜਨ ਨੂੰ, ਹਰ ਕਿਸੇ ਐਨਐਸਥੀਸੀਅਸ ਨੂੰ ਜਿਸ ਵੇਲੇ ਮਰਜ਼ੀ ਬੁਲਾ ਲਓ, ਦੇ ਆਰ ਆਲਵੇਜ਼ ਔਨ ਕਾਲ। ਜੇ ਘਰ ਰੋਟੀ ਖਾਣ ਜਾਂਦੇ ਤਾਂ ਵੀ ਦੇ ਆਰ ਔਨ ਕਾਲ। ਹੁਣ ਇਹਨਾਂ ਨੇ ਇਹ ਜਿਹੜੀ ਉਲਝਲੂਲ ਸਕੀਮ ਹੈ ਨਾ, ਨਵੀਂ ਨਹੀਂ ਹੈਗੀ। ਜਦੋਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਮੈਂ ਚੇਅਰਮੈਨ ਸੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ, ਸੁਰਿੰਦਰ ਸਿੰਗਲਾ ਜੀ ਸੀ ਫਾਈਨੈਂਸ ਮਿਨਿਸਟਰ, ਉਸ ਵੇਲੇ ਵੀ ਐਨਪੀਏ ਬੰਦ ਕੀਤਾ ਔਰ ਡਾਕਟਰ ਹੜਤਾਲ ਤੇ ਗਏ ਸੀਗੇ ਜੀ। ਫਿਰ ਡਾਕਟਰ ਨੇ ਮੇਰੇ ਨਾਲ ਮੀਟਿੰਗ ਕੀਤੀ, ਮੈਂ ਸਿਨਹਾ ਸਾਹਿਬ ਦੇ ਨਾਲ ਮੀਟਿੰਗ ਕਰਵਾਈ, ਫਿਰ ਅਸੀਂ ਕੈਪਟਨ ਅਮਰਿੰਦਰ ਨੂੰ ਜਾ ਕੇ ਸਮਝਾਇਆ ਤੇ ਇਹ ਜਿਹੜਾ ਹੈ ਆਰਡਰ ਵਾਪਸ ਲਿਆ ਗਿਆ। ਹੁਣ ਉਹੋ ਜਿਹਾ ਹੀ ਇਹ ਦੁਬਾਰਾ ਸ਼ੁਰੂ ਕਰ ਰਹੇ ਨੇ। ਦੂਸਰੀ ਗੱਲ ਇਹ ਕਹਿੰਦੇ ਨੇ ਕਿ ਦੁਪਹਿਰ ਤੋਂ ਬਾਅਦ ਨੁਕਸਾਨ ਤਾਂ ਸਮਝਾਓ ਨਾ ਪਹਿਲਾਂ, ਨੁਕਸਾਨ ਕੀ ਹੈ? ਦੁਪਹਿਰ ਤੋਂ ਬਾਅਦ ਇਹ ਕਹਿੰਦੇ ਨੇ ਕਿ ਡਾਕਟਰ ਜਿਹੜਾ ਹੈ ਉਹ ਪ੍ਰੈਕਟਿਸ ਕਰ ਸਕਦਾ ਹੈ ਔਰ ਜੇ ਉਹਦੇ ਕੋਲ ਆਪਣੀ ਜਗ੍ਹਾ ਨਹੀਂ ਹੈ ਉਹਨੂੰ ਅਸੀਂ ਹਸਪੀਟਲ 'ਚ ਵੀ ਦੇ ਦਾਂਗੇ। ਉਹ ਜਿਹੜਾ ਡਾਕਟਰ ਹੈ ਉਹ ਸਵੇਰੇ ਉਹ ਕਹੂਗਾ ਮੇਰੇ ਕੋਲ ਸ਼ਾਮ ਨੂੰ ਆਈ, ਹੁਣ ਟਾਈਮ ਹੈ ਨਹੀਂ। ਪੈਸੇ ਕਿਹਦੇ ਗਏ ਜੇਬ 'ਚੋਂ? ਉਸ ਗਰੀਬ ਦੇ। ਜਿਹੜੀ ਸਵੇਰੇ ਡਿਊਟੀ ਹੈ ਸਰਕਾਰੀ ਪਰਚੀ ਬਣਨੀ ਹੈ 10 ਰੁਪਏ ਦੀ ਤੇ ਉੱਥੋਂ ਮਿਲਣੇ 300 ਰੁਪਏ, 300 ਰੁਪਇਆ। ਔਰ ਉਹ ਜਿਹੜੀ ਪਰਚੀ ਲੈ ਕੇ ਔਰ ਇੱਥੇ ਜਿਹੜਾ ਹੈ ਉਹ ਜਿੰਨੇ ਦੇਖੂਗਾ ਪੇਸ਼ੈਂਟ, ਇੱਕ ਬੰਦੇ ਤੇ ਟਾਈਮ ਲਗਾ ਕੇ 10 15 20 ਪੇਸ਼ੈਂਟ ਕੱਢ ਕੇ ਬਾਕੀ ਕਹੋ ਜੀ ਸ਼ਾਮ ਨੂੰ ਘਰ ਆਵਾਂ ਜੀ। ਤਾਂ ਪੈਸਾ ਕਿਹਦੀ ਜੇਬ 'ਚੋਂ ਜਾ ਰਿਹਾ ਸੁਹੇਜ ਸਾਹਿਬ? ਪੈਸਾ ਉਸ ਗਰੀਬ ਦੀ ਜੇਬ 'ਚੋਂ ਜਾ ਰਿਹਾ ਹੈ। ਔਰ ਤੁਸੀਂ ਉਹ ਜਿਹੜਾ ਰਾਤ ਨੂੰ ਡਾਕਟਰ ਨੇ ਪੈਸਾ ਕਮਾਉਣਾ, ਤੂੰ ਕਹਿੰਦੇ 50% ਮੈਨੂੰ ਦੇ ਦੇ, 50% ਤੂੰ ਰੱਖ ਲੈ। ਮੈਂ ਕਹਿ ਰਿਹਾ ਜੇ ਪ੍ਰਪੋਜ਼ਲ ਹੈ ਜੇ ਫਾਈਨਲ ਨਹੀਂ ਹੈ, ਆਪਾਂ ਇਸ ਮੁੱਦੇ ਤੇ ਗੱਲ ਤਾਂ ਕਰੀਏ ਜਦੋਂ ਫਾਈਨਲ ਹੋ ਜਾਏ। ਓਕੇ ਜੇ ਫਾਈਨਲ ਫਿਰ ਕਰ ਲਾਂਗੇ। ਠੀਕ ਹੈ, ਇੱਕ ਮਿੰਟ ਸੁਣ ਲਓ। ਜੇ ਇਹ ਪ੍ਰਪੋਜ਼ਲ ਆਉਂਦੀ ਹੈ ਤਾਂ ਇਹ ਕਹਿੰਦੇ ਨੇ ਜੀ ਕਿ 50% ਸਾਨੂੰ ਔਰ 50% ਜਿਹੜੀ ਹੈ ਗਵਰਨਮੈਂਟ ਨੂੰ। ਔਰ ਉਹ ਜਿਹੜਾ 100% ਤੁਸੀਂ ਕੱਢ ਰਹੇ ਹੋ ਕਿਹੜੇ ਗਰੀਬ ਦੀਆਂ ਜੇਬਾਂ ਚੋਂ ਹੀ ਕੱਢ ਰਹੇ ਹੋ। ਦੈਟ ਇਜ਼ ਸੋ ਫਾਰ ਐਜ਼ ਦੀ ਐਨਪੀਏ ਇਜ਼ ਕੰਸਰਨ। ਦੂਸਰੀ ਗੱਲ ਜਿਹੜੀ ਹੈ ਉਹ ਸੀ ਇਹਨਾਂ ਦੇ ਮੋਬਾਈਲ ਫੋਨ ਦੀ। ਇੱਕ ਚਪੜਾਸੀ ਹੈ, ਤੁਸੀਂ ਉਹਦਾ 150 ਰੁਪਇਆ ਕੱਟ ਲਿਆ, 200 ਪਹਿਲਾਂ ਕੱਟ ਰਹੇ, 4200 ਰੁਪਇਆ ਤੁਸੀਂ ਜਿਹੜਾ ਹੈ ਉਹਦੇ ਸਾਲ ਦੇ ਜਿਹੜੇ ਹੈਗੇ ਆ ਇੱਕ ਗਰੀਬ ਚਪੜਾਸੀ ਦੇ ਕੱਟ ਲਏ। ਤੁਸੀਂ ਕਿਸੇ ਐਮਐਲਏ ਦੇ ਕੱਟੇ, ਤੁਸੀਂ ਕਿਸੇ ਮਿਨਿਸਟਰ ਦਾ ਕੱਟਿਆ, ਤੁਸੀਂ ਉਹਨਾਂ ਦੇ ਭੱਤੇ ਕੱਟੇ ਨੇ। ਤੁਸੀਂ ਸਵੈਜ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਜਿਹੜੀ ਇਹ ਐਡੀ ਸਾਰੀ ਲਿਸਟ ਬਣਾਈ ਹੋਈ ਹੈ OSD ਦੀ ਤੇ ਐਡਵਾਈਜ਼ਰਸ ਦੀ, ਤੁਸੀਂ ਉਹਦੇ ਵਿੱਚ ਇੱਕ ਏਵੀਏਸ਼ਨ ਦਾ ਐਡਵਾਈਜ਼ਰ ਰੱਖਿਆ ਹੋਇਆ, ਇੱਕ ਹੈਲੀਕਾਪਟਰ ਹੈ ਪੰਜਾਬ ਕੋਲ, ਤੇ ਤੁਸੀਂ ਐਵੀਏਸ਼ਨ ਐਡਵਾਈਜ਼ਰ ਉਹਨੂੰ ਮਿਨਿਸਟਰ ਦੇ ਜਿਹੜਾ ਰੈਂਕ ਹੈ ਔਰ ਉਹਨੂੰ ਜਿਹੜਾ ਸਾਰੇ ਉਹ ਭੱਤੇ ਕਾਰਾਂ ਗੱਡੀਆਂ ਸਭ ਕੁਝ ਹਾਊਸ ਟੈਕਸ ਵਗੈਰਾ ਹੈ, ਤੁਸੀਂ ਉੱਥੇ ਕਿਉਂ ਨਹੀਂ ਕੱਟਦੇ? ਤੁਸੀਂ ਇਹ ਦੱਸੋ ਕਿ ਜੇ
ਜਿਹੜਾ ਤੁਹਾਡਾ ਡਿਫੈਂਸ ਦਾ ਐਡਵਾਈਜ਼ਰ ਹੈ ਉਹ ਕੀ ਕਰ ਰਿਹਾ? ਪੰਜਾਬ ਕਿਤੇ ਲੜਾਈ ਤੇ ਜਾਣਾ ਹੈ? ਸਾਡੇ ਕੋਲ ਕੋਈ ਆਰਮੀ ਹੈ ਜਿਹੜੇ ਵਾਸਤੇ ਤੁਸੀਂ ਡਿਫੈਂਸਿਕ ਐਡਵਾਈਜ਼ਰ ਰੱਖਿਆ ਹੋਇਆ? ਚਲੋ ਕਹਿਣ ਦਾ ਭਾਵ ਇਹ ਹੈ ਕਿ ਖਰਚੇ ਜਿੱਥੇ ਘਟਾਉਣੇ ਚਾਹੀਦੇ ਉੱਥੇ ਨਹੀਂ ਘਟ ਰਹੇ। ਮੈਂ ਹਾਂਜੀ ਅਗਲਾ ਪੁਆਇੰਟ ਜਿਹੜਾ ਹੈ ਪੁਲਿਸ ਮੁਲਾਜ਼ਮਾਂ ਦਾ ਹੁਣ ਪੁਲਿਸ ਮੁਲਾਜ਼ਮ ਜਿਹੜੇ ਨੇ ਜੀ 80,000 ਪੁਲਿਸ ਮੁਲਾਜ਼ਮ ਨੇ ਜੀ। ਤੁਸੀਂ ਕਹਿੰਦੇ ਹੋ ਕਿ 1 ਮਹੀਨੇ ਦੀ ਛੁੱਟੀ ਦਿੱਤੀ ਜਾਏਗੀ। ਮਤਲਬ ਇਹ ਹੈ ਕਿ ਹਰ ਮਹੀਨੇ ਤੁਹਾਡੇ 6800 ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਡਿਊਟੀ ਤੇ ਨਹੀਂ ਹੋਣਗੇ। 7,000 ਮੁਲਾਜ਼ਮ ਜਿਹੜਾ ਹੈ ਡਿਊਟੀ ਤੇ ਨਹੀਂ ਹੋਏਗਾ। ਤੁਸੀਂ VIP ਡਿਊਟੀ ਨਹੀਂ ਘਟਾਉਣੀ। ਤੁਸੀਂ ਜੇ ਰੈਲੀਆਂ ਤੇ ਧਰਨਿਆਂ ਤੇ ਇਹ ਉਹ ਬੰਦੇ ਨਹੀਂ ਘਟਾਉਣੇ। ਬੰਦੇ ਕਿੱਥੋਂ ਘਟਣੇ ਆ? ਡਿਸਟ੍ਰਿਕਟ ਪੁਲਿਸ ਦੇ, ਜਿੱਥੇ ਕਿ ਪਹਿਲਾਂ ਹੀ ਘੱਟ ਹੈ। ਤੁਸੀਂ 7,000 ਬੰਦਾ ਹੋਰ ਵਿੱਚੋਂ ਕੱਢ ਲੈਣਾ। ਕਾਹਦੇ ਲਈ? ਤੁਸੀਂ ਆਪਣੇ ਪੈਸੇ ਬਚਾਉਣ ਲਈ। ਫਿਰ ਤੁਸੀਂ 7,000 ਬੰਦਿਆਂ ਨੂੰ ਘਰ ਭੇਜ ਦਿਓ ਜੇ ਉਹਨਾਂ ਨੂੰ ਛੁੱਟੀ ਦੇਣੀ ਹੈ। ਤੁਸੀਂ ਜਿਹੜੀ ਸਰਵਿਸ ਹੈਗੀ ਹੈ ਬੜੀ ਮੁਸ਼ਕਲ ਹੈਗੀ ਹੈ ਜੀ। ਉਹਨਾਂ ਦੇ ਅਸੀਂ ਈਜ਼ ਕਰ ਰਹੇ ਹਾਂ, ਉਹਨਾਂ ਨੂੰ ਛੁੱਟੀਆਂ ਵੀ ਦੇ ਰਹੇ ਹਾਂ, ਉਹਨਾਂ ਦੇ ਵਰਕਿੰਗ ਛੁੱਟੀਆਂ ਦੇ ਰਹੇ ਹੋ ਤਾਂ ਤਨਖਾਹ ਕੱਟ ਕਰ ਰਹੇ ਦੇ ਰਹੇ ਹੋ। ਆਸਾਨ ਨਹੀਂ ਕਰ ਰਹੇ। ਉਹਨਾਂ ਦੇ ਵਰਕਿੰਗ ਆਵਰਸ ਘਟਾ ਰਹੇ ਆ ਜੀ। ਉਹਨਾਂ ਦੀ ਜਿਹੜੀ ਹੈਗੀ ਆ ਇਨਫੋਰਮ ਜ਼ਰੂਰੀ ਹੈਗੀ ਹੈ। ਤੁਸੀਂ ਪੁਲਿਸ ਮੁਲਾਜ਼ਮ ਦੇ ਵਿੱਚ ਨਾ ਬੋਲੋ ਸਵੈਚ ਸਾਹਿਬ, ਮੈਂ ਤੁਹਾਡੇ ਵਿੱਚ ਚਲੋ ਗੱਲ ਇਹ ਛੋਟੇ ਭਰਾ ਵਿੱਚ ਨਾ ਬੋਲੋ। ਇੱਕ ਮਿੰਟ ਸਵੈਚ ਸਾਹਿਬ ਵਿੱਚ ਨਾ ਬੋਲੋ। ਇੱਕ ਮਿੰਟ ਕੰਬੋਜ ਸਾਹਿਬ 24 ਘੰਟੇ ਅੱਛਾ ਚਲੋ ਮੈਂ ਇੱਕ ਕਰਕੇ ਆ ਜਾਂਦੇ ਨਾ। ਮੁੱਦਾ ਇਹ ਹੈ ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਪੁਲਿਸ ਮੁਲਾਜ਼ਮ ਬੜੇ ਟੈਨਸ਼ਨ ਦੇ ਵਿੱਚ ਰਹਿੰਦੇ ਨੇ, ਬੜੀ ਜ਼ਿੰਮੇਵਾਰੀ ਵਾਲੀ ਉਹਨਾਂ ਦੀ ਡਿਊਟੀ ਹੈਗੀ ਹੈ। ਪਰ ਸਵੈਚ ਸਾਹਿਬ ਮੁੱਦਾ ਤਾਂ ਇੱਥੇ ਫਾਈਨੈਂਸ ਦਾ ਹੈ ਕਿ ਅਸੀਂ ਆਪਣਾ ਫਾਈਨੈਂਸ ਠੀਕ ਕਰਨ ਵਾਸਤੇ ਉਹਨਾਂ ਨੂੰ ਛੁੱਟੀਆਂ ਦੇ ਰਹੇ ਹਾਂ ਔਰ ਤਨਖਾਹ ਰਿਲੈਕਸ ਕਰਨ ਵਾਸਤੇ ਨਹੀਂ ਦੇ ਰਹੇ। ਉਹਨਾਂ ਦੀ ਤਨਖਾਹਾਂ ਕੱਟ ਕੇ ਛੁੱਟੀਆਂ ਦੇ ਰਹੇ। ਇੱਕ ਅਗਲਾ ਜਲਦੀ ਕਰੋ, ਮੈਂ ਜਲਦੀ ਇੱਕ ਆ ਜਿਹੜਾ ਇਹਨਾਂ GST ਦੀ ਗੱਲ ਕੀਤੀ ਹੈ ਮਹਾਰਾਜ, ਅਸੀਂ ਸਵਾਲ ਇਹ ਨਹੀਂ ਹੈ ਕਿ GST ਜਿਹੜੀ ਹੈ ਉਹ ਘਟ ਗਈ। ਤੁਸੀਂ ਜਿਹੜਾ ਕਾਰਨ ਦੱਸਦੇ ਕਿ GST ਘਟ ਗਈ। ਸਵਾਲ ਸਾਡਾ ਇਹ ਹੈ ਕਿ ਤੁਸੀਂ 44% ਜਿਹੜੀ ਤੁਹਾਡੀ GST ਘਟੀ ਹੈ ਐਸਟੀਮੇਟ ਤੋਂ, ਉਹ ਸਾਰੇ ਹਿੰਦੁਸਤਾਨ 'ਚ ਸਭ ਤੋਂ ਘੱਟ ਹੈ। ਜੇ ਬਾਕੀ ਸੂਬੇ ਜਿਹੜੇ ਹੈ ਮੈਂ ਜਵਾਬ ਹੁਣੇ ਦੇ ਦੇਣਾ ਜੀ। ਇੱਕ ਜਵਾਬ ਵਿੱਚ ਨਹੀਂ ਦੇਣਾ, ਜਵਾਬ ਵਿੱਚ ਨਹੀਂ ਦੇਣਾ ਸਵੈਚ ਨਾ ਵਿੱਚ ਨਹੀਂ ਦੇਣਾ। ਤੁਸੀਂ ਆਪਣੀ ਵਾਰੀ ਤੇ ਬੋਲਿਓ, ਆਪਣੀ ਵਾਰੀ ਤੇ ਬੋਲਿਓ। ਹਿੰਦੁਸਤਾਨ ਦੇ ਵਿੱਚ ਸਾਡੀ GDP not correct। ਠੀਕ ਹੈ not correct। ਇੱਕ ਮਿੰਟ ਮੋਦੀ ਜੀ ਨੇ ਹਿੰਦੁਸਤਾਨ ਦੀ ਜਿਹੜੀ ਹੈਗੀ ਆ ਕਰ ਲੈਣ ਬੋਲਣ ਦਾ ਕੋਈ ਮਤਲਬ ਠੀਕ ਹੈ। ਇੱਕ ਹੀ ਕਰਕੇ ਆਏ ਤੁਹਾਡੀ ਗੱਲ ਆ ਗਈ। ਮਤਲਬ ਨਹੀਂ ਪੂਰਾ ਟ੍ਰੇਡ ਮੈਂ ਸਾਰੀਆਂ ਗੱਲਾਂ ਨਾਲ ਵਿੱਚ ਬੋਲਣ ਦਾ ਕੋਈ ਮਤਲਬ ਇੱਕ ਮਿੰਟ ਕੰਬੋਜ ਸਾਹਿਬ, ਮੈਂ ਤੁਹਾਨੂੰ ਨਹੀਂ ਬੋਲਣ ਦਊਂਗਾ। ਤੁਸੀਂ ਇੱਕ ਮਿੰਟ ਸਵੈਚ ਸਾਹਿਬ, ਕੰਬੋਜ ਸਾਹਿਬ ਇੱਕ ਹੀ ਕਰਕੇ ਮੇਰੀ ਗੱਲ ਸੁਣੋ। ਸਾਹਿਬ ਇਹ ਗੱਲ ਨਹੀਂ ਸਮਝਣ ਦੀ ਕੋਸ਼ਿਸ਼ ਇਕਨੋਮੀ ਨੂੰ ਮੋਦੀ ਨੇ ਤਬਾਹ ਕਰਤਾ ਹੈ। ਫਿਰ ਵਿੱਚ ਨਾ ਬੋਲੋ, ਆਪ ਕਿੱਥੇ ਜਾਏਗਾ? ਅਸੀਂ ਚੁੱਪ ਹੋ ਜਾਗੇ ਸਾਰੇ। ਤੁਸੀਂ ਬੋਲੋ। ਇੱਕ ਮਿੰਟ ਬੋਲੋ ਕੰਬੋਜ ਸਾਹਿਬ। ਮੇਰੀ ਗੱਲ ਇਹ ਹੈ ਸਰ, ਮੈਂ ਇਹ ਕਹਿਣਾ ਚਾਹੁੰਦਾ GST ਨੇ ਤਬਾਹ ਕਰਤਾ, ਇੰਡੀਆ ਨੂੰ ਖਤਮ ਕਰਤਾ, ਬਰਬਾਦ ਕਰਤਾ। ਰੁਕ ਜਾਓ। ਹਾਂ ਜਲਦੀ। ਮੇਰਾ ਸਵਾਲ ਇਹ ਹੈ ਕਿ ਤੁਸੀਂ ਜਿਹੜੇ ਸਾਰੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ, ਸਾਰੇ UT ਤੋਂ ਤੁਹਾਡਾ ਰੈਵਨਿਊ ਕਿਉਂ ਇਕੱਠਾ ਹੋਇਆ? ਠੀਕ ਹੈ, ਇਸ ਗੱਲ ਦਾ ਜਵਾਬ ਲੈ ਲੈਣਾ। ਮੈਂ ਇੱਕ ਮਿੰਟ ਆਇਆ, ਮੈਂ ਪਹਿਲਾਂ ਨੀਲ ਗਰਗ ਸਾਹਿਬ ਤੋਂ ਰਿਐਕਸ਼ਨ ਲੈ ਲਾਂ, ਫਿਰ ਆਪਾਂ ਵਧਦੇ ਹਾਂ। ਗਰਗ ਸਾਹਿਬ, ਤੁਹਾਡੀ ਪਾਰਟੀ ਵੀ ਇਹ ਕਹਿੰਦੀ ਹੈ ਕਿ ਜਿਹੜਾ ਖਰਚੇ ਨੇ ਉਹ ਘਟਾਣੇ ਚਾਹੀਦੇ ਨੇ। ਸਾਡੇ ਜਿਹੜੇ ਫਿਜ਼ੀਕਲ ਡੈਫਿਸਿਟ ਹੈ ਉਹ ਥੋੜਾ ਠੀਕ ਹੋਣਾ ਚਾਹੀਦਾ। ਹੁਣ ਜੇ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ ਉਹਨਾਂ ਚੀਜ਼ਾਂ ਨਾਲ, ਜਿਨ੍ਹਾਂ ਚੀਜ਼ਾਂ ਨਾਲ ਸ਼ਾਇਦ ਮੁਲਾਜ਼ਮਾਂ ਨੂੰ ਜ਼ਿਆਦਾ ਫਰਕ ਨਾ ਪਵੇ, ਸਰਕਾਰ ਦੀ ਇਹ ਧਾਰਨਾ ਹੈ ਕਿ ਕੋਈ ਬਾਹਲਾ ਫਰਕ ਪੈਣ ਨਹੀਂ ਵਾਲਾ, ਪਰ ਸਾਡਾ ਜਿਹੜਾ ਸਿਸਟਮ ਹੈ ਉਹ ਸ਼ਾਇਦ ਠੀਕ ਹੋ ਸਕਦਾ। ਤੁਹਾਨੂੰ ਲੱਗਦਾ ਕਿ ਸਾਨੂੰ ਸਾਥ ਦੇਣਾ ਚਾਹੀਦਾ ਸਰਕਾਰ ਦਾ? ਦੇਖੋ, ਇਹ ਸਾਰੇ ਜਾਣਦੇ ਆ ਕਿ ਜਿਹੜੀ ਪੰਜਾਬ ਦੀ ਆਰਥਿਕ ਹਾਲਤ ਹੈ ਉਹ ਵੈਂਟੀਲੇਟਰ ਤੇ ਹੈਗੀ ਹੈ। ਠੀਕ ਹੈ, ਬਹੁਤ ਮਾੜੇ ਹਾਲਤ ਨੇ। ਪਰ ਜਿਸ ਤਰ੍ਹਾਂ ਦੀਆਂ ਬਚਕਾਨੀਆਂ ਕੋਸ਼ਿਸ਼ਾਂ ਅੱਜ ਦਾ ਵਿੱਤ ਮੰਤਰੀ ਕਰ ਰਿਹਾ, ਜਿਹਨੂੰ ਇੱਕ ਫੇਲ ਵਿੱਤ ਮੰਤਰੀ ਕਹਿ ਸਕਦੇ ਆ, ਉਸ ਦੇ ਨਾਲ ਤੇ ਪੰਜਾਬ ਦੇ ਵਿਕਾਸ ਕਾਰਜ ਜਿਹੜੀ ਕਲਿਆਣਕਾਰੀ ਸਹੂਲਤਾਂ ਹੈਗੀਆਂ ਉਹਨਾਂ ਦੇ ਉੱਤੇ ਹੀ ਯਾਨੀ ਕਿ ਡਾਕਾ ਵੱਜੇਗਾ, ਉਹੀ ਸਫਰ ਕਰਨਗੀਆਂ। ਇਹਦੇ ਨਾਲ ਸਰਕਾਰ ਦਾ ਖਜ਼ਾਨਾ ਭਰਨ ਵਾਲਾ ਨਹੀਂ ਹੈ। ਜੇਕਰ ਤੁਸੀਂ ਸੋਚਦੇ ਹੋ ਕਿ NPA ਬੰਦ ਕਰਕੇ ਮੁਲਾਜ਼ਮਾਂ ਦੀ 13 ਮਹੀਨਿਆਂ ਦੀ ਜਿਹੜੀ 13ਵੀਂ ਤਨਖਾਹ ਉਹ ਕੱਟ ਕੇ, ਜਾਂ ਮੁਲਾਜ਼ਮਾਂ ਦੇ ਤੁਸੀਂ ਜਿਹੜਾ ਹੈਗਾ ਮੋਬਾਈਲਾਂ ਦੇ ਫੋਨ ਕੱਟ ਕੇ ਖਜ਼ਾਨਾ ਭਰ ਸਕਦੇ ਹੋ, ਨਹੀਂ ਭਰ ਸਕਦੇ। ਤੁਸੀਂ ਗੱਲ ਕਰ ਰਹੇ ਸੀ ਇੱਥੇ ਕੀ ਸਰਕਾਰ ਟੈਕਸ ਹੋਰ ਲਾ ਦੇਵੇ? ਬਿਲਕੁਲ ਨਹੀਂ, ਟੈਕਸ ਲਾਉਣ ਦੀ ਜ਼ਰੂਰਤ ਨਹੀਂ ਹੈਗੀ, ਤੇ ਨਾ ਹੀ ਮੁਲਾਜ਼ਮਾਂ ਦੇ ਯਾਨੀ ਕਿ ਖਰਚੇ ਘੱਟ ਕਰਨ ਦੀ ਜ਼ਰੂਰਤ ਹੈਗੀ ਹੈ। ਜ਼ਰੂਰਤ ਹੈਗੀ ਹੈ ਨੀਅਤ ਅਤੇ ਨੀਤੀ ਦੀ। ਅੱਜ ਪੰਜਾਬ ਦਾ ਜਿਹੜਾ ਪੈਸਾ ਉਸ ਦੀ ਲੀਕੇਜ ਹੋ ਰਹੀ ਹੈ। ਅੱਜ ਜ਼ਰੂਰਤ ਹੈਗੀ ਹੈ ਮੁਕੰਮਲ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਕਰਨ ਦੀ। ਅੱਜ ਜ਼ਰੂਰਤ ਹੈਗੀ ਹੈ, ਅੱਜ ਕਿਹੜਾ ਐਸਾ ਫੀਲਡ ਹੈ ਜਿਸ ਦੇ ਵਿੱਚ ਮਾਫੀਆ ਨਹੀਂ ਹੈਗਾ? ਤੁਸੀਂ ਟਰਾਂਸਪੋਰਟ ਦੀ ਗੱਲ ਕਰ ਲਓ, ਤੁਸੀਂ ਲੈਂਡ ਦੀ ਗੱਲ ਕਰ ਲਓ, ਤੁਸੀਂ ਸੈਂਡ ਦੀ ਗੱਲ ਕਰ ਲਓ, ਤੁਸੀਂ ਕੇਬਲ ਦੀ ਗੱਲ ਕਰ ਲਓ, ਤੁਸੀਂ ਲਿਕਵਰ ਇੰਡਸਟਰੀ ਦੀ ਗੱਲ ਕਰ ਲਓ, ਤੁਸੀਂ ਸਿਹਤ ਦੀ ਗੱਲ ਕਰ ਲਓ। ਐਸਾ ਕਿਹੜਾ ਫੀਲਡ ਹੈ ਜਿੱਥੋਂ ਕਿ ਅੱਜ ਪੈਸਾ ਜਿਹੜਾ ਸਰਕਾਰੀ ਖਜ਼ਾਨੇ 'ਚ ਆਉਣਾ ਚਾਹੀਦਾ ਸੀ ਉਹ ਮਾਫੀਆ ਕੋਲੇ ਨਹੀਂ ਜਾ ਰਿਹਾ? ਤਾਂ ਮਸਲਾ ਤਾਂ ਇਹ ਹੈਗਾ ਵੀ ਡਿਊਟੀ ਜਿਹੜੀ ਤੁਹਾਡੀ ਦਿੱਤੀ ਗਈ ਸੀ ਉਹ ਤੁਸੀਂ ਉਹ 'ਚ ਫੇਲ ਹੋਏ ਹੋ ਤੇ ਸਫਰ ਉਹਦੇ ਲਈ ਦੂਜੇ ਕਰਨ। ਇੱਕ ਇਹ ਕੋਈ ਯਾਨੀ ਕਿ ਗੱਲ ਚੰਗੀ ਗੱਲ ਨਹੀਂ ਹੈਗੀ, ਤੇ ਮਸਲਾ ਇੱਥੇ ਹੀ ਖੜਾ ਹੋਇਆ ਹੈਗਾ। ਤੁਸੀਂ ਦੇਖੋ, ਮੈਂ ਇੱਥੇ ਇੱਕ ਗੱਲ ਜੋ ਅਚੇਚੇ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ, ਜੇਕਰ ਇਹਨਾਂ ਟੈਕਸਾਂ ਦੀ
ਪ੍ਰੋਪਰ ਜਿਹੜੀ ਕਲੈਕਸ਼ਨ ਹੋਵੇ, ਜਿਹੜਾ ਪੈਸਾ ਸਰਕਾਰ ਸ਼ਾਇਦ ਲੋੜ ਹੀ ਤਾਂ ਪਵੇ ਨਾ ਸੀ, ਤਾਂ ਇਸ ਪੰਜਾਬ ਦੇ ਵਿੱਚ ਜਿਹੜੀ ਕਿ ਵੈਲਫੇਅਰ ਸਟੇਟ ਹੈਗੀ ਹੈ, ਲੋਕਾਂ ਨੂੰ ਚੰਗੀ ਸਿਹਤ ਵੀ ਦਿੱਤੀ ਜਾ ਸਕਦੀ ਹੈ, ਐਜੂਕੇਸ਼ਨ ਵੀ ਦਿੱਤੀ ਜਾ ਸਕਦੀ ਹੈ, ਜਿਹੜੀ ਬਿਜਲੀ ਅੱਜ ਲਗਾਤਾਰ ਵਧਾਈ ਜਾ ਰਹੇ ਹੈਗੇ ਆ ਉਹਦੇ ਰੇਟ ਵੀ ਘੱਟ ਕੀਤੇ ਜਾ ਸਕਦੇ ਆ, ਔਰ ਚੰਗਾ ਪੀਣਯੋਗ ਪਾਣੀ ਵੀ ਦਿੱਤਾ ਜਾ ਸਕਦਾ ਹੈ। ਇਸ ਦਾ ਮਾਡਲ ਅਸੀਂ ਆਲਰੇਡੀ ਲੋਕਾਂ ਦੇ ਸਾਹਮਣੇ ਦੱਸ ਚੁੱਕੇ ਹਾਂ। CAG ਦੀ ਰਿਪੋਰਟ ਹੈਗੀ ਹੈ, CAG ਰਿਪੋਰਟ ਕਹਿੰਦੀ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਕੱਲਾ ਦਿੱਲੀ ਐਸਾ ਸੂਬਾ ਹੈਗਾ ਜਿੱਥੋਂ ਦਾ ਜਿਹੜਾ ਹੈਗਾ ਬਜਟ ਹੈਗਾ ਉਹ ਪੋਜ਼ਿਟਿਵ ਹੈ, ਯਾਨੀ ਕਿ ਮੁਨਾਫੇ ਦੇ ਵਿੱਚ ਹੈਗਾ। ਜੋ ਮੁਨਾਫੇ 'ਚ ਹੋ ਸਕਦਾ, ਪੰਜਾਬ ਦੀ ਸਰਕਾਰ ਮੁਨਾਫੇ 'ਚ ਕਿਉਂ ਨਹੀਂ ਹੋ ਸਕਦੀ? ਚਲੋ ਆਪਾਂ ਅੱਗੇ ਵਧਦੇ ਹਾਂ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਮੈਂ ਚੰਨੀ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ ਚਾਹੁੰਦਾ। ਚੰਨੀ ਸਾਹਿਬ, ਜਿਹੜੀ ਗੱਲ ਵਾਰ-ਵਾਰ ਇਹ ਆ ਰਹੀ ਹੈ ਕਿ ਜਦੋਂ ਵੀ ਸੂਬੇ ਦਾ ਆਰਥਿਕ ਵਿਭਾਗ ਡਗਮਗਾਉਂਦਾ ਹੈ, ਵਿੱਤ ਵਿਭਾਗ ਡਗਮਗਾਉਂਦਾ ਹੈ, ਤਾਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਕਿੱਥੇ ਕਮਾਈ ਕਿੱਥੋਂ ਹੋ ਸਕਦੀ ਹੈ, ਕਿਹੜੇ-ਕਿਹੜੇ ਵਿਭਾਗ ਨੇ ਜਿੱਥੇ ਖਰਚੇ ਘੱਟ ਕੀਤੇ ਜਾ ਸਕਦੇ ਨੇ। ਅੱਜ ਜਿਹੜੀ ਚਿੱਠੀ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਇਹ ਸਾਫ਼ ਕਿਹਾ ਗਿਆ ਕਿ ਕੋਈ ਨਵਾਂ ਖਰਚਾ ਨਹੀਂ ਹੈ, ਕੋਈ ਨਵੀਂ ਖਰੀਦਾਰੀ ਨਹੀਂ ਹੈ। ਇਹ ਅਕਸਰ ਹੀ ਹੁੰਦਾ ਰਹਿੰਦਾ। ਹਰਪ੍ਰੀਤ ਜੀ, ਮੈਂ ਇਹ ਕਹਾਂਗਾ ਕਿ ਇਹ ਸਰਕਾਰ ਤਾਂ ਵੇਲੇ-ਵੇਲੇ ਤੇ ਉਹਨਾਂ ਨੇ ਜੋ ਵੀ ਸਿਚੁਏਸ਼ਨ ਆ ਉਹਦੇ ਮੁਤਾਬਕ ਵਿਊਜ਼ ਆਉਂਦੇ ਨੇ ਔਰ ਵਿਊਜ਼ ਲੈਣੇ ਵੀ ਹੁੰਦੇ ਨੇ, ਫੈਸਲੇ ਵੀ ਲੈਣੇ ਹੁੰਦੇ ਨੇ। ਪਰ ਜਿਹੜਾ ਤੁਸੀਂ ਆਪਾਂ ਜ਼ਿਕਰ ਕਰ ਰਹੇ ਜਿਸ ਕਰਕੇ ਆਪਾਂ ਇਕੱਠੇ ਹੋਏ ਹਾਂ, ਜਿਹੜੀਆਂ ਇਹ ਗੱਲਾਂ ਕਹਿ ਰਹੇ ਨੇ ਉਹਦੇ ਨਾਲ ਕੋਈ ਸੁਧਾਰ, ਵਿੱਤੀ ਸੁਧਾਰ ਨਹੀਂ ਹੋਣ ਵਾਲਾ। ਔਰ ਤੁਸੀਂ ਸਾਰੇ ਜੋੜ ਲਾ ਲਓ, ਪਰ 508 ਕਰੋੜ ਰੁਪਈਆ ਬਣਦਾ। ਹਾਂ, ਤਾਂ ਜੇ ਆਪਾਂ ਨੂੰ ਲੋੜ 10,000 ਕਰੋੜ ਦੀ ਹੈ ਤੇ 508 ਕਰੋੜ ਰੁਪਈਆ ਕੀ ਕਰੇਗਾ ਉਹਦੇ ਵਿੱਚ? ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਚਾਹੀਦਾ ਕੀ ਹੈ ਔਰ ਉਹਦੇ ਮੁਤਾਬਕ ਸਾਨੂੰ ਕੀ ਰਿਸੋਰਸਸ, ਚਾਹੇ ਨਵੇਂ ਅਸੀਂ ਇਕੱਠੇ ਕਰ ਰਹੇ ਨੇ ਉਹ ਕਰੀਏ, ਔਰ ਜਾਂ ਅਸੀਂ ਜਿਸ ਤਰ੍ਹਾਂ ਇਹ ਗੱਲ ਹੋ ਰਹੀ ਹੈ ਕਿ ਜੇ ਸਾਰੇ ਮੁਲਕ ਦੇ ਵਿੱਚ GST ਇਨਕਰੀਜ਼ ਹੋ ਰਿਹਾ ਹੈ, ਗਵਰਨਮੈਂਟ ਆਫ ਇੰਡੀਆ ਲੈਵਲ ਤੇ ਇਨਕਰੀਜ਼ ਆਉਣੀ ਲੱਗ ਗਈ ਹੈ, 1 ਲੱਖ ਕਰੋੜ ਤੋਂ ਉੱਪਰ ਚਲਾ ਗਿਆ ਹੈ, ਤੇ ਜੇ ਅਸੀਂ ਉਹਨੂੰ ਫਿਰ ਪੰਜਾਬ ਦੇ ਵਿੱਚ GST ਕਲੈਕਸ਼ਨ ਕਿਉਂ ਨਹੀਂ ਹੋ ਰਹੀ? ਔਰ ਜਿਸ ਤਰ੍ਹਾਂ ਇਹ ਗਰਗ ਸਾਹਿਬ ਨੇ ਕਿਹਾ ਹੈਗਾ, ਇੰਨੇ ਕੁ ਜਗ੍ਹਾ ਹੈਗੀਆਂ ਨੇ ਜਿੱਥੋਂ ਤੁਸੀਂ ਰਿਸੋਰਸਸ ਆਉਣੇ ਚਾਹੀਦੇ ਨੇ, ਉਹ ਰਿਸੋਰਸਸ ਜ਼ਰੂਰ ਇਕੱਠੇ ਕਰਨੇ ਚਾਹੀਦੇ ਨੇ, ਲੂਪ ਹੋਲਸ ਨੂੰ ਬੰਦ ਕਰਨਾ ਚਾਹੀਦਾ ਹੈ, ਔਰ ਜਿਹੜਾ ਸਰਕਾਰੀ ਖਜ਼ਾਨਾ ਭਰਿਆ ਜਾ ਸਕਦਾ ਉਹਨੂੰ ਭਰਨਾ ਚਾਹੀਦਾ। ਪਰ ਚੰਨੀ ਸਾਹਿਬ, ਜਿਹੜੀਆਂ ਤੁਸੀਂ ਵੀ ਗੱਲਾਂ ਕੀਤੀਆਂ ਕਿ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਕਿੱਥੋਂ ਮਾਲੀਆ ਆ ਸਕਦਾ ਹੈ, ਕਿਵੇਂ ਤੁਸੀਂ ਮਾਲੀਆ ਜਨਰੇਟ ਕਰ ਸਕਦੇ ਹੋ। ਦੋ ਹੀ ਚੀਜ਼ਾਂ ਹੋ ਸਕਦੀਆਂ ਨੇ ਮਾਲੀਆ ਜਨਰੇਟ ਕਰਨ ਲਈ, ਜਾਂ ਤਾਂ ਤੁਸੀਂ ਟੈਕਸਿਸ ਲਗਾਓ, ਲੋਕਾਂ ਦੇ ਉੱਤੇ ਵਾਧੂ ਬੋਝ ਪਾਓ, ਜਾਂ ਜਿੰਨੀਆਂ ਵੈਲਫੇਅਰ ਸਕੀਮਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬੰਦ ਕਰ ਦਿਓ। ਹੁਣ ਦੋਵੇਂ ਚੀਜ਼ਾਂ ਅਸੀਂ ਚਾਹੁੰਦੇ ਹਾਂ ਕਿ ਨਾ ਹੋਣ, ਟੈਕਸ ਵੀ ਨਾ ਸਾਡੇ ਤੇ ਲੱਗੇ ਔਰ ਵੈਲਫੇਅਰ ਸਕੀਮਾਂ ਵੀ ਨਾ ਬੰਦ ਹੋਣ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੂਪ ਹੋਲਸ ਨੇ, ਭਾਵੇਂ ਉਹ ਰੇਤੇ ਦੀ ਮਾਈਨਿੰਗ ਦੀ ਗੱਲ ਹੈ, ਐਕਸਾਈਜ਼ ਦੀ ਗੱਲ ਹੈ, ਪੈਟਰੋਲ ਦੀ ਗੱਲ ਹੈ, ਵੈਟ ਦੀ ਗੱਲ ਹੈਗੀ ਹੈ, ਇਹਨਾਂ ਚੀਜ਼ਾਂ ਦੇ ਨਾਲ ਜੇਕਰ ਸਖਤੀ ਹੋਵੇ ਤਾਂ ਸਾਡਾ ਘਰ ਪੂਰਾ ਹੋ ਸਕਦਾ? ਇਹਦੇ ਵਿੱਚ ਬਹੁਤ ਵੱਡੀ ਸੱਚਾਈ ਹੈ, ਪੂਰੀ ਸੱਚਾਈ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਟੈਕਸ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਕਿ ਅਸੀਂ ਵੈਲਫੇਅਰ ਸਕੀਮਾਂ ਦੀ ਤੇ ਸੈਕਰੀਫਾਈਸ ਕਰਨ ਦੀ ਗੱਲ ਕਰੀਏ, ਜਾਂ ਇਸ ਤੋਂ ਪਹਿਲਾਂ ਕਿ ਅਸੀਂ ਮੁਲਾਜ਼ਮਾਂ ਦਾ ਗਲਾ ਘੁੱਟੀਏ, ਜਦੋਂ ਦਾ ਦੇਸ਼ ਆਜ਼ਾਦ ਹੋਇਆ, ਈਵਨ ਵਰਲਡ ਵਾਈਡ ਇਹ ਇੱਕ ਮੰਨੀ ਹੋਈ ਗੱਲ ਹੈ ਕਿ ਜੋ ਇੱਕ ਕਿਸੇ ਮੁਲਾਜ਼ਮ ਨੂੰ ਅਸੀਂ ਇਨਸੈਂਟਿਵ ਦੇਤਾ, ਅਸੀਂ ਉਹਦੇ ਨੂੰ ਕੋਈ ਅਲਾਊਂਸ ਦਿੱਤਾ, ਇਟਸ ਨੈਵਰ ਵਿਡਰਾਉਨ, ਇਟਸ ਨੈਵਰ ਵਿਡਰਾਉਨ। ਔਰ ਜਦੋਂ ਦਿੱਤਾ ਜਾਂਦਾ ਉਦੋਂ ਸਾਰਾ ਕੁਝ ਦੇਖ ਕੇ ਦਿੱਤਾ ਜਾਂਦਾ, ਇਹ ਨਹੀਂ ਕਿ ਐਵੇਂ ਦਿੱਤਾ ਸੀ ਕਿਸੇ ਨੇ, ਮਤਲਬ। ਔਰ ਇਹ ਤਾਂ, ਔਰ ਜਿਹੜੀ ਅਸਲੀ ਗੱਲ ਹੈਗੀ ਆ ਉਹ ਸਾਨੂੰ ਜਿਹੜੇ ਸਾਡੇ ਰਿਸੋਰਸਸ ਸਾਨੂੰ ਨਹੀਂ ਪੂਰੇ ਆ ਰਹੇ, ਕੋਈ ਐਫਰਟਸ ਹੋਣੀਆਂ ਚਾਹੀਦੀਆਂ ਨੇ ਕਿ ਕਿੱਥੋਂ ਲੂਪ ਹੋਲ, ਜਿਸ ਤਰ੍ਹਾਂ ਕਿ ਮੈਂ ਬਾਰ-ਬਾਰ ਨਹੀਂ ਕਹਿਣਾ ਚਾਹੁੰਦਾ, ਸਾਰੇ ਲੂਪ ਹੋਲ ਨੇ, ਔਰ ਉਹਦੇ ਵਿੱਚ ਔਰ ਜਿਹੜੇ ਅਸੀਂ ਜਿਹੜਾ ਗਰੀਬ ਮੁਲਾਜ਼ਮ ਹੈ, ਜਿਹੜਾ ਨਹੀਂ ਬੋਲ ਸਕਦਾ ਜਾਂ ਜਿਹਦੇ ਹੱਥ 'ਚ ਕੋਈ ਹੁਕਮ ਕਰਨ ਦੀ ਕਲਮ ਨਹੀਂ ਹੈਗੀ, ਉਹਦਾ ਅਸੀਂ ਗਲਾ ਘੁੱਟ ਰਹੇ ਹਾਂ। ਤੇ ਜਿਹੜੇ ਬਾਕੀ ਇਸ ਤਰ੍ਹਾਂ ਕਹਿ ਰਹੇ ਜਿਹਨੇ ਐਡਵਾਈਜ਼ਰ ਲਾਤੇ ਤੇ ਹੋਰ ਇੱਧਰ ਸਾਰਾ ਕੁਝ ਕਰੀ ਜਾਂਦੇ, ਤੇ ਉਹ ਖਰਚੇ ਕਿੱਥੋਂ ਆਉਂਦੇ ਨੇ? ਜਾਂ ਜਿਹੜੇ ਹੋਰ ਜਿੱਥੇ ਇਹਨਾਂ ਨੂੰ ਆਪਣੀ ਲੋੜ ਹੈਗੀ ਹੈ ਉੱਥੇ ਪੂਰੇ ਖਰਚੇ ਕਰਦੇ ਨੇ, ਉੱਥੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ, ਚਾਹੇ ਕਾਰਾਂ ਲੈਣੀਆਂ ਨੇ, ਚਾਹੇ ਕੁਝ ਲੈਣਾ ਹੈਗਾ, ਆਪਦੇ ਤੇ ਕੋਈ ਪਾਬੰਦੀ ਨਹੀਂ। ਔਰ ਜਿਹੜੇ ਛੋਟੇ ਮੁਲਾਜ਼ਮ ਆ ਉਹਨਾਂ ਤੇ ਸਾਰੀਆਂ ਪਾਬੰਦੀਆਂ। ਦਰਸ਼ਕਾਂ ਦੇ ਲਈ ਇੱਕ ਹੋਰ ਤਾਜ਼ਾ ਜਾਣਕਾਰੀ ਵੀ ਮੇਰੇ ਹੱਥ ਲੱਗੀ ਹੈ। ਪਿਛਲੇ 2.5 ਸਾਲਾਂ ਤੋਂ ਇੱਕ ਪਾਬੰਦੀ ਲੱਗੀ ਹੋਈ ਸੀ ਕਿ ਜਿੰਨੇ ਵਿਧਾਇਕ ਜਾਂ ਮੰਤਰੀ ਸਾਹਿਬਾਨ ਨੇ ਉਹ ਵਿਦੇਸ਼ ਨਹੀਂ ਜਾ ਸਕਦੇ ਸਰਕਾਰੀ ਖਰਚੇ ਦੇ ਉੱਤੇ। ਕੈਪਟਨ ਸਾਹਿਬ ਨੇ ਉਹ ਪਾਬੰਦੀ ਵੀ ਹਟਾਤੀ ਹੈ। 3 ਲੱਖ ਰੁਪਈਆ ਹਰ ਵਿਧਾਇਕ ਨੂੰ ਸਾਲਾਨਾ ਮਿਲੇਗਾ, ਉਹ ਬਾਹਰ ਜਾ ਸਕਦਾ, ਹਵਾਈ ਯਾਤਰਾ ਕਰ ਸਕਦਾ, ਬਾਹਰ ਹੋਟਲ ਬੁੱਕ ਕਰ ਸਕਦਾ, 3 ਲੱਖ ਰੁਪਈਆ ਉਹ ਦਿੱਤਾ ਜਾਏਗਾ। ਇਹ ਪੌਣੇ 3 ਸਾਲਾਂ ਤੋਂ ਜਦੋਂ ਸਰਕਾਰ ਆਈ ਸੀ ਇਹ ਬੰਦ ਸੀ। ਅੱਜ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ ਤੁਸੀਂ ਜਾ ਸਕਦੇ ਹੋ। ਫਿਰ ਤੁਸੀਂ ਅੰਦਾਜ਼ਾ ਲਾਓ ਕਿ ਸਾਡਾ ਬਜਟ ਕਿੱਥੇ ਖੜਾ ਹੈ, ਸਾਡਾ ਆਰਥਿਕਤਾ ਕਿੱਥੇ ਖੜੀ ਹੈ, ਅਸੀਂ ਕਿਹਦਾ ਕੰਨ ਮਰੋੜ ਕੇ ਪੈਸਾ ਇਕੱਠਾ ਕਰਨਾ ਚਾਹੁੰਦੇ ਹਾਂ। ਹੁਣ ਆ ਜਾਂਦੇ ਹਾਂ ਮੁਲਾਜ਼ਮਾਂ ਕੋਲ। ਜਗਦੇਵ ਕੌਲ ਸਾਹਿਬ, ਗੱਲ ਇਹ ਹੈ, ਪਹਿਲਾਂ ਸਭ ਤੋਂ ਪਹਿਲਾਂ ਇੱਕ ਗੱਲ ਤੇ ਮੈਂ ਆਵਾਂਗਾ, ਜਿਹੜੀ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੰਮ ਕਰੋਗੇ ਪੈਸੇ ਤਾਂ ਹੀ ਮਿਲਣਗੇ, ਹੜਤਾਲਾਂ ਤੇ ਜਾਓਗੇ ਪੈਸੇ ਨਹੀਂ ਮਿਲਣਗੇ। ਤਾਂ ਬਿਲਕੁਲ ਠੀਕ ਹੈ, ਕੰਮ ਕਰੋਗੇ ਪੈਸੇ ਲੈ ਲਓ, ਜੇ ਹੜਤਾਲਾਂ ਕਰੋਗੇ ਫਿਰ ਕਾਹਦੇ ਪੈਸੇ ਤੁਹਾਡੇ? ਸਰ, ਸਭ ਤੋਂ ਪਹਿਲਾਂ ਤਾਂ ਮੈਂ PTC ਚੈਨਲ ਦਾ ਧੰਨਵਾਦ ਕਰਦਾ ਕਿ ਕਰਮਚਾਰੀਆਂ ਦੀਆਂ ਜੋ ਦੁੱਖ ਨੂੰ ਸਮਝ ਕੇ ਤੁਸੀਂ ਸਾਨੂੰ ਇੱਥੇ ਚੈਨਲ ਤੇ ਬੁਲਾਇਆ, ਤੇ ਅਸੀਂ ਇਸ ਤੁਹਾਡੇ TV ਚੈਨਲ ਦੇ ਮਾਧਿਅਮ ਦੇ ਉੱਤੇ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਰਹੇ ਹਾਂ। ਬਹੁਤ ਬਹੁਤ ਮਿਹਰਬਾਨੀ।
ਸਰ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਜਿਹੜਾ ਨੋ ਵਰਕ ਨੋ ਪੇ ਵਾਲਾ ਹੈਗਾ ਇਹ ਸਿਰਫ ਮੁਲਾਜ਼ਮਾਂ ਤੇ ਲਾਗੂ ਨਹੀਂ ਹੁੰਦਾ, ਇਹ ਸਭ ਦੇ ਉੱਤੇ ਲਾਗੂ ਹੁੰਦਾ। ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਗੱਲ ਕਰਦੇ, ਵਿੱਤ ਮੰਤਰੀ ਸਾਹਿਬ ਨਾਲ ਸਾਡੀਆਂ 4 ਮੀਟਿੰਗਾਂ ਹੋਈਆਂ ਜੀ, 4 ਮੀਟਿੰਗਾਂ ਦੇ ਵਿੱਚ ਉਹਨਾਂ ਨੇ ਇੱਕੋ ਗੱਲ ਕਹੀ ਹੈ ਮੁਲਾਜ਼ਮਾਂ ਨੂੰ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਮੈਂ ਪਤਾ ਨਹੀਂ ਕਿੱਦਾਂ ਫਸਿਆ ਹੋਇਆ ਗੱਡਾ ਕੱਢ ਰਿਹਾ। ਆਹੀ ਵਰਡਿੰਗ ਯੂਜ਼ ਕੀਤੇ ਸੀ ਉਹਨਾਂ ਨੇ। ਸਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ, ਆ ਹੁਣ ਅਖਬਾਰਾਂ ਦੇ ਵਿੱਚ ਆਇਆ, ਤੁਹਾਡੇ ਸਾਰੇ ਚੈਨਲਾਂ ਨੇ ਦਿਖਾਤਾ ਕਿ ਇੱਕ ਘਰ ਦੇ ਵਿੱਚ ਚਾਹੇ ਘਰ ਵੱਡਾ ਹੀ ਹੋਵੇ 27 ਏਸੀ ਲੱਗਣੇ ਤਾਂ ਕੋਈ ਛੋਟੀ ਜਿਹੀ ਗੱਲ ਨਹੀਂ ਹੈ। 27 ਏਸੀ ਲੱਗੇ ਜਾ ਸਕਦੇ ਆ। ਫਿਰ ਉਸ ਤੋਂ ਬਾਅਦ ਚਲੋ ਤੁਸੀਂ ਪਹਿਲੇ ਮੁੱਦੇ ਤੇ ਆਓ, ਜਿਹੜੀ ਗੱਲ ਉਹ ਮੈਂ ਸਵਾਲ ਪੁੱਛ ਰਿਹਾ ਉਹਦਾ ਪਹਿਲਾਂ ਜਵਾਬ ਦਿਓ। ਸਰਕਾਰ ਕਹਿੰਦੀ ਹੈ ਕਿ ਕੰਮ ਕਰੋਗੇ ਪੈਸੇ ਦੇਵਾਂਗੇ, ਤੁਸੀਂ ਹੜਤਾਲਾਂ ਕਰਦੇ ਹੋ, ਕੰਮ ਦਾ ਹਰਜਾਨਾ ਹੁੰਦਾ, ਉਹਦੀ ਤੁਹਾਨੂੰ ਤਨਖਾਹ ਕਿਉਂ ਦਿੱਤੀ ਜਾਵੇ? ਸਰ ਮੁਲਾਜ਼ਮ ਜਿਹੜੇ ਆ ਸਟ੍ਰਾਈਕ ਸਿੱਧੇ ਨਹੀਂ ਜਾਂਦੇ ਹੈਗੇ, ਪਹਿਲੇ ਸਰਕਾਰ ਨਾਲ ਗੱਲ ਕਰਦੇ ਆ, ਉਸ ਤੋਂ ਬਾਅਦ ਜਦੋਂ ਸਰਕਾਰ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹ ਰੈਲੀਆਂ ਕਰਦੇ ਛੋਟੀਆਂ ਰੈਲੀਆਂ ਕਰਨ ਤੋਂ ਬਾਅਦ ਜਦੋਂ ਫਿਰ ਹੱਥ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਐਤਵਾਰ ਰੈਲੀ ਕਰ ਲਓ, ਛੁੱਟੀ ਵਾਲੇ ਦਿਨ ਕਿਉਂ ਨਹੀਂ ਕਰਦੇ ਤੁਸੀਂ? ਸਰ ਛੁੱਟੀ ਵਾਲੇ ਦਿਨ ਜਿੰਨੀ ਮਰਜ਼ੀ ਰੈਲੀਆਂ ਕਰੋ, ਤਿਉਹਾਰਾਂ ਦੇ ਦਿਨ ਤੁਹਾਡੀ ਛੁੱਟੀ ਹੁੰਦੀ ਉਸ ਦਿਨ ਰੈਲੀ ਕਰੋ ਜਿੰਨੀ ਮਰਜ਼ੀ। ਤੁਸੀਂ ਵਰਕਿੰਗ ਡੇ ਤੇ ਰੈਲੀਆਂ ਕਰਦੇ ਹੋ, ਨੁਕਸਾਨ ਕਿਹਦਾ? ਆਮ ਜਨਤਾ ਦਾ। ਸਰ ਮੇਰੀ ਗੱਲ ਸੁਣੋ, ਅਸੀਂ ਬਾਕੀ ਦਿਨਾਂ 'ਚ ਕੰਮ ਵੀ ਤਾਂ ਕਰਦੇ ਆ, ਅਸੀਂ ਫਿਰ ਉਹਦੀ ਤਾਂ ਤੁਹਾਨੂੰ ਤਨਖਾਹ ਵੀ ਮਿਲਦੀ ਹੈ। ਸਰ ਦੇਖੋ ਇਹ ਅਜੇ ਪਹਿਲੇ ਕੰਮ ਕਰਦੇ ਹੋ ਤੁਹਾਨੂੰ ਤਨਖਾਹ ਮਿਲਦੀ ਹੈ। ਸਰਕਾਰ ਕਹਿੰਦੀ ਹੈ ਕਿ ਤੁਸੀਂ ਕੰਮ ਨਹੀਂ ਕਰੋਗੇ ਅਸੀਂ ਤਨਖਾਹ ਨਹੀਂ ਦੇਵਾਂਗੇ। ਤੁਸੀਂ ਵਿਰੋਧ ਪ੍ਰਦਰਸ਼ਨ ਕਰਨਾ ਹੈ, ਤੁਸੀਂ ਰੈਲੀ ਕਰਨਾ ਹੈ, ਤੁਸੀਂ ਗਜ਼ਟਡ ਛੁੱਟੀ ਵਾਲੇ ਦਿਨ ਕਰੋ, ਤੁਸੀਂ ਆਪਣੇ ਵੀਕਲੀ ਡੇ ਵਾਲੇ ਦਿਨ ਕਰੋ। ਸਰ ਬਿਲਕੁਲ ਠੀਕ ਹੈ। ਸਰਕਾਰ ਨੋ ਵਰਕ ਨੋ ਪੇ ਅਗਰ ਚਿੱਠੀ ਕੱਢਦੀ ਹੈ, ਪਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਰਿਆਂ ਉੱਤੇ ਲਾਗੂ ਕਿਉਂ ਨਹੀਂ ਹੁੰਦਾ, ਮੁਲਾਜ਼ਮਾਂ ਉੱਤੇ ਲਾਗੂ ਕਿਉਂ ਹੁੰਦਾ? ਜਿਹੜੇ ਮੰਤਰੀ ਆ, ਇਹਨਾਂ ਦੇ MLA ਆ, ਬਾਕੀ ਜਿਹੜੇ ਐਡਵਾਈਜ਼ਰ ਲਾਏ ਕਰਦੇ ਉਹਨਾਂ ਦੀ ਤਨਖਾਹ ਕੰਮ ਨਹੀਂ ਕਰਦੇ ਹੈਗੇ, ਉਹਨਾਂ ਨੂੰ ਤਨਖਾਹ ਕਿਉਂ ਦਿੱਤੀ ਜਾਂਦੀ ਆ? ਸਾਡੇ ਤੇ ਹੀ ਕਿਉਂ ਲਾਗੂ ਕੀਤਾ ਜਾਂਦਾ? ਇੱਕ ਨੰਬਰ 2 ਤੇ ਸਰ ਅਸੀਂ ਤਾਂ ਸਰ ਫਸੇ ਆ ਬੜੀ ਬੁਰੀ ਤਰ੍ਹਾਂ। ਅਸੀਂ ਪਹਿਲੇ ਤੇ ਬਾਦਲ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ, ਬਾਦਲ ਸਰਕਾਰ ਨੇ ਸਾਨੂੰ ਲੁੱਟਿਆ ਕੁੱਟਿਆ। ਉਸ ਤੋਂ ਬਾਅਦ ਅਸੀਂ ਸੋਚਿਆ ਹੁਣ ਸਾਡੇ ਕੋਲ ਹੋਰ ਕੋਈ ਨਹੀਂ ਹੈ, ਕਰਮਚਾਰੀਆਂ ਵਿਸ਼ਵਾਸ ਕੀਤਾ, ਸਰਕਾਰ ਲੈ ਕੇ ਆਂਦੀ ਹੈ, ਸਰਕਾਰ ਲਿਆਂਦੀ ਪੂਰੇ ਵਿਸ਼ਵਾਸ ਦੇ ਨਾਲ ਕਿ ਸਾਨੂੰ ਥੋੜਾ ਜਿਹਾ ਰਾਹਤ ਮਿਲੇਗੀ। ਠੀਕ ਹੈ, ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਜਿਹੜਾ 2016 ਦੇ ਵਿੱਚ ਸਾਡਾ ਪੇ ਕਮਿਸ਼ਨ ਲਾਗੂ ਸੀ, ਸਰਕਾਰ ਆਉਂਦੇ ਕਹਿੰਦੇ ਸੀ ਅਸੀਂ ਲਾਗੂ ਕਰਾਂਗੇ, ਸਰਕਾਰ ਨੇ ਨਹੀਂ ਕੀਤਾ। 31 ਦਸੰਬਰ 2019 ਤੱਕ ਸਾਡੀ ਡੀਏ ਦੀਆਂ 22% ਦੀਆਂ ਕਿਸ਼ਤਾਂ ਜੋ ਸਰਕਾਰ ਨੇ ਅਨਾਉਂਸ ਕਰਨੀਆਂ ਨਹੀਂ ਕੀਤੀਆਂ। ਉਸ ਤੋਂ ਬਾਅਦ ਸਰ ਕੱਚੇ ਕਰਮਚਾਰੀ ਪੱਕੇ ਕਰਨੇ ਆ, ਨਹੀਂ ਕੀਤੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਆ, ਨਹੀਂ ਕੀਤੀ। ਸਕੂਲਾਂ ਦੇ ਵਿੱਚ ਮਾਸਟਰ ਨਹੀਂ ਹੈ, ਹਸਪਤਾਲਾਂ ਵਿੱਚ ਨਰਸਾਂ ਨਹੀਂ ਹੈ, ਡਾਕਟਰ ਨਹੀਂ ਹੈ। ਇੱਕ ਕਰਮਚਾਰੀ ਨੂੰ 3 ਕਰਮਚਾਰੀਆਂ ਕੰਮ ਕਰਨਾ ਪੈ ਰਿਹਾ। ਉਸ ਤੋਂ ਬਾਅਦ ਸਰਕਾਰ ਕਹਿੰਦੀ ਹੈ ਬਾਬੂ ਕੰਮ ਨਹੀਂ ਕਰਦੇ। ਵਿੱਤ ਮੰਤਰੀ ਸਾਹਿਬ ਨੇ ਕਿਹਾ ਸੀਗਾ ਹੱਥ ਜੋੜ ਕੇ ਕਿ ਬਾਬੂਆਂ ਨੂੰ ਕਿਹਾ ਕਰੋ ਕੰਮ ਕਰਿਆ ਕਰੋ। ਤੇ ਸਰ ਅਸੀਂ ਵਿੱਤ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੀਆਂ ਤੁਹਾਡੀ ਟੇਬਲ ਦੇ ਉੱਤੇ ਫਾਈਲਾਂ ਪਈਆਂ ਹੁੰਦੀਆਂ ਉਹ ਬਾਊ ਹੀ ਕੱਢਦੇ ਆ ਤਾਂ ਹੀ ਤੁਹਾਡੇ ਤੱਕ ਆਉਂਦੀਆਂ। ਜੇਕਰ ਬਾਊ ਨਹੀਂ ਕੱਢਦੇ ਇਹਦਾ ਮਤਲਬ ਬਾਊ ਵਿਹਲੇ ਤਾਂ ਤੁਸੀਂ ਵੀ ਵਿਹਲੇ ਹੋ। ਮੈਂ ਵਿੱਤ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਇਹਨਾਂ ਨੂੰ ਗੱਲ ਕਹੀ ਸੀ ਕਿ ਸਾਡਾ 22% ਡੀਏ ਜਿਹੜਾ ਹੈਗਾ ਤੁਹਾਡੇ ਵੱਲੋਂ ਉਹ ਦਿਓ। ਸਰ ਪੁਰਾਣੇ ਸਮੇਂ ਦਾ ਸਾਡਾ ਏਰੀਆ ਜਿਹੜਾ ਖਜ਼ਾਨਾ ਦਫ਼ਤਰ 'ਚ ਪਿਆ ਹੈ ਅੱਜ ਦੀ ਕੰਡੀਸ਼ਨ ਦੇ ਵਿੱਚ। ਕੌਲ ਸਾਹਿਬ ਸਵੈਤ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਕਿ ਪਿਛਲੀ ਸਰਕਾਰ ਐਡਾ ਬੇੜਾ ਗਰਕ ਕਰ ਗਈ, ਸਾਡੇ ਕੋਲ ਪੈਸਾ ਹੀ ਨਹੀਂ ਹੈ, ਤੁਹਾਡਾ ਪੈਸਾ ਕਿੱਥੋਂ ਦੇਈਏ? ਸਰ ਜੇਕਰ ਕਿਸੇ ਘਰ ਦੇ ਵਿੱਚ ਕਿਸੇ ਮੁਖੀ ਦੇ ਕੋਲ ਆਮਦਨ ਘੱਟ ਆ ਰਹੀ ਆ ਉਹ ਹੱਥ ਕੁੱਟਿਆ ਜਾ ਸਕਦਾ, ਉਹਨੂੰ ਲੁਟਾਇਆ ਨਹੀਂ ਜਾ ਸਕਦਾ। ਇਹ ਸਰਕਾਰ ਆਪਣੇ ਖਰਚੇ ਕਿੱਥੇ ਘੱਟ ਕਰ ਰਹੀ ਹੈ ਸਾਨੂੰ ਇਹ ਦੱਸ ਦੇਵੇ, ਬਿਠਾਲ ਕੇ ਮੀਟਿੰਗ ਕਰ ਲਵੇ ਵੀ ਅਸੀਂ ਆਪਣੇ ਇੱਥੇ ਖਰਚੇ ਘੱਟ ਕੀਤੇ ਆ। ਇਹਨਾਂ ਨੇ ਹੁਣ ਦੇਖੋ ਕਹਿੰਦੇ ਕਿ ਸਾਡੇ ਵਿਧਾਇਕ ਜਿਹੜੇ ਆ ਉਹ ਵਿਦ ਫੈਮਿਲੀ ਬਾਹਰ ਜਾ ਸਕਦੇ ਆ। 3 ਲੱਖ ਰੁਪਈਆ ਬੇਸ਼ੱਕ ਦੀ ਟਿਕਟ ਬੁੱਕ ਕਰਾਓ, ਚਾਹੇ ਤੁਸੀਂ ਜਾਓ ਚਾਹੇ ਨਾ ਜਾਓ, 3 ਲੱਖ ਰੁਪਏ ਤੁਹਾਡੇ ਖਾਤੇ ਦੇ ਵਿੱਚ। ਤੇ ਇਹ ਸਰਕਾਰ ਉਸ ਤੋਂ ਬਾਅਦ ਸਰ ਹੁਣ ਗੱਲ ਕਰਦੇ ਆ ਡਾਕਟਰਾਂ ਦੀ ਗੱਲ ਕਰਦੇ ਆ। ਸਰ ਇਹ ਜਿਹੜੇ ਕਹਿੰਦੇ ਕਿ ਅਸੀਂ 25% ਬੰਦ ਕਰਾਂਗੇ NPA ਜਿਹੜਾ ਉਹਨਾਂ ਦਾ, ਸਰ ਉਸ ਤੋਂ ਬਾਅਦ ਤੇ ਡਾਕਟਰਾਂ ਨੂੰ ਖੁੱਲੀ ਛੁੱਟੀ ਹੋ ਜਾਏਗੀ। ਹਸਪਤਾਲਾਂ 'ਚ ਉਹਨਾਂ ਨੇ ਕੰਮ ਨਹੀਂ ਕਰਨਾ, ਹਸਪਤਾਲਾਂ 'ਚ ਕੰਮ ਨਹੀਂ ਕਰਨਾ ਤੇ ਉਹ ਹਰ ਇੱਕ ਬੰਦੇ ਨੂੰ ਕਹਿਣਗੇ ਤੁਸੀਂ ਸਾਡੇ ਕੋਲ ਆਓ ਤੇ ਉੱਥੇ ਉਹਨਾਂ ਦੀ ਛਿੱਲ ਲਾਉਣਗੇ। ਸਰ ਗੱਲ ਕਰਨੀ ਆ। ਉਸ ਤੋਂ ਬਾਅਦ ਸਰ ਇਹਨਾਂ ਨੇ ਵਾਅਦਾ ਕੀਤਾ ਸੀਗਾ ਪੰਜਾਬ ਦੇ ਵਿੱਚ ਅਸੀਂ ਨਸ਼ਾ ਮੁਕਤ ਕਰਾਂਗੇ ਪੂਰੇ ਪੰਜਾਬ ਨੂੰ, ਨਹੀਂ ਕੀਤਾ। ਅੱਜ ਪੰਜਾਬ ਦੀ ਜਵਾਨੀ ਜਿਹੜੀ ਆ ਬਾਹਰਲੇ ਦੇਸ਼ਾਂ ਨੂੰ ਕਿਉਂ ਜਾ ਰਹੀ ਆ ਉਹਦਾ ਰੀਜ਼ਨ ਆਪਾਂ ਆਪਣੇ ਮੁੱਦੇ ਤੇ ਫੋਕਸ ਰੱਖੀਏ। ਮੁਲਾਜ਼ਮਾਂ ਦੀ ਅੱਜ ਗੱਲ ਕਰ ਰਹੇ ਹਾਂ, ਨਵੇਂ ਟੈਕਸਾਂ ਦੀ, ਨਸ਼ਿਆਂ ਤੇ ਆਪਾਂ ਫਿਰ ਕਰ ਲਾਂਗੇ। ਇੱਕ ਆਖਰੀ ਮੇਰਾ ਸਵਾਲ ਹੈਗਾ ਕੌਲ ਸਾਹਿਬ, ਫਿਰ ਮੈਂ ਅੱਗੇ ਵਧਾਂਗਾ। ਜਿਹੜੇ ਮੋਬਾਈਲ ਬਿੱਲ ਕਟਾਏ ਜਾ ਰਹੇ ਨੇ ਅੱਜ ਕੱਲ੍ਹ, ਇਹ ਕਹਿੰਦੇ ਨੇ ਕਿ ਸਸਤੇ ਹੋ ਗਏ ਨੇ, ਮੋਬਾਈਲ ਕਾਲ ਸਸਤੀਆਂ ਹੋ ਗਈਆਂ ਨੇ। ਇਹ ਰੇਟ ਉਦੋਂ ਤੈਅ ਕੀਤੇ ਗਏ ਸੀ ਜਦੋਂ ਕਾਲ ਮਹਿੰਗੀਆਂ ਬੜੀਆਂ ਸੀ, ਜਦੋਂ ਰੇਟ ਇਨਕਮਿੰਗ ਦੇ ਵੀ ਪੈਂਦੇ ਸੀ। ਹੁਣ ਇੰਨੀਆਂ ਸਸਤੀਆਂ ਹੋਈਆਂ ਨੇ, ਜੇ ਰੇਟ ਘਟਾ ਦਿੱਤੇ ਨੇ ਫਿਰ ਫਰਕ ਕੀ ਪਏਗਾ? ਸਰ ਸਵਾਈ ਸਾਹਿਬ ਜਿਹੜੇ ਹੈਗੇ ਆ ਉਹ ਐਡਵੋਕੇਟ ਵੀ ਨੇ, ਉਹ ਪੂਰੀ ਤਿਆਰੀ ਵੀ ਕਰਕੇ ਆਏ ਆ। ਸਰ ਮੈਂ ਇੱਥੇ ਗੱਲ ਕਲੀਅਰ ਕਰਨੀ ਚਾਹੁੰਦਾ, 10 ਰੁਪਏ ਤੁਸੀਂ ਪਹਿਲਾਂ ਪਾਉਂਦੇ ਸੀ ਤੁਹਾਨੂੰ 7 ਰੁਪਏ ਮਿਲਦੇ ਸੀਗੇ। ਅੱਜ ਦੇ ਟਾਈਮ ਦੇ ਵਿੱਚ 499 ਰੁਪਏ ਤੋਂ ਘੱਟ ਕਿਸੇ ਵੀ ਕੰਪਨੀ ਨੇ ਕੋਈ ਪੈਕੇਜ ਨਹੀਂ ਰੱਖਿਆ ਹੋਇਆ। ਰੇਟ ਘਟੇ ਨਹੀਂ ਹੈ, ਰੇਟ ਵਧੇ ਆ। ਇੱਥੇ ਇਹ ਗੱਲ ਗਲਤ ਆ, ਬਿਲਕੁਲ ਗਲਤ ਗੱਲ ਹੈ ਕਿ ਰੇਟ ਘੱਟ ਹੋਇਆ। ਰੇਟ ਘੱਟ ਨਹੀਂ ਹੋਏ, ਰੇਟ ਵੱਧ ਹੋਇਆ, ਇਹ ਗੱਲ ਦੱਸਣੀ ਚਾਹੁੰਦੇ ਆ। ਸਰ ਉਸ ਤੋਂ ਬਾਅਦ ਅੱਜ ਮੁਲਾਜ਼ਮਾਂ ਵਾਸਤੇ ਬੁਲਾਇਆ, ਮੈਂ ਮੁਲਾਜ਼ਮਾਂ ਦੀ ਗੱਲ ਕਰਨੀ ਚਾਹੁੰਦਾ। ਸਰ ਦੇਖੋ ਇਹਨਾਂ ਨੇ ਕਿਹਾ ਸੀਗਾ
ਜਿਹੜੇ ਸਾਡੇ ਮਾਸਟਰਾਂ ਦੀ ਗੱਲ ਕਰਦੇ ਹਾਂ ਅਸੀਂ, ਸਾਡੇ ਮੁਲਾਜ਼ਮ ਨੇ, ਉਹ 50,000 ਤਨਖਾਹ ਲੈਂਦੇ ਸੀਗੇ, 45,000 50,000, ਇੱਕ ਸਿਰਫ ਰੈਗੂਲਰ ਕਰਨ ਦੇ ਨਾਮ ਦੇ ਵਿੱਚ ਇਹਨਾਂ ਨੇ ਉਹ ਤਨਖਾਹ 15,000 ਕੀਤੀਆਂ। ਮੈਂ ਅੱਜ ਗੱਲ ਪੁੱਛਣੀ ਚਾਹੁੰਦਾ, ਸਵੈਚ ਸਾਹਿਬ ਤੁਸੀਂ ਦੱਸੋ, ਇੱਕ ਘਰ ਦਾ ਖਰਚਾ 15,000 ਰੁਪਏ ਨਾਲ ਕਿੱਦਾਂ ਚੱਲ ਸਕਦਾ? ਚਲੋ ਆਪਾਂ ਜਵਾਬ ਲੈ ਲਈਏ, ਸਵਾਲ ਬਹੁਤ ਹੋ ਗਏ, ਸਵੈਚ ਸਾਹਿਬ ਨੂੰ ਵੀ ਥੋੜਾ ਟਾਈਮ ਲੱਗੇਗਾ ਜਵਾਬ ਦਿੰਦੇ। ਹਾਂਜੀ ਸਵੈਚ ਸਾਹਿਬ ਦਿਓ ਜਵਾਬ। ਦੇਖੋ ਕੌਲ ਸਾਹਿਬ, ਜੇ ਮੈਂ ਗਲਤ ਨਹੀਂ ਤਾਂ ਇੱਕ ਤਾਂ ਇਹ ਫੈਕਟ ਹੈਗਾ ਕਿ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਪੂਰੇ ਇੰਡੀਆ ਦੇ ਵਿੱਚ ਹਾਈਐਸਟ ਪੇਡ ਨੇ। ਜੇ ਮੈਂ ਗਲਤ ਨਹੀਂ ਤਾਂ ਤੁਸੀਂ ਕਰੈਕਟ ਕਰ ਸਕਦੇ ਸਰ ਕਰੋ, ਮੈਂ ਕਲੀਅਰ ਕਰ ਦਾਂਗਾ ਤੁਹਾਨੂੰ। ਹਾਂ, ਲੇਕਿਨ ਜਿਹੜੀਆਂ ਤੁਹਾਡੀਆਂ ਤੁਸੀਂ ਮੰਗਾਂ ਰੱਖੀਆਂ ਸੀ ਪੰਜਾਬ ਸਰਕਾਰ ਕੋਲ, ਜਾਂ ਸਾਡੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ, ਬਿਲਕੁਲ ਜਾਇਜ਼ ਨੇ, ਉਹ ਵੀ ਪੂਰੇ ਕਰ ਦਿਆਂਗੇ, ਕੋਈ ਗੱਲ ਨਹੀਂ। ਲੇਕਿਨ ਜਦੋਂ ਸਾਡੇ ਹਾਲਾਤ ਮਾੜੇ ਹੋਣ, ਤੁਹਾਨੂੰ ਪਤਾ ਵੀ ਘਰ ਦੇ ਹਾਲਾਤ ਮਾੜੇ ਨੇ, ਤੁਹਾਨੂੰ ਤੁਹਾਡੀ ਕੋਆਪਰੇਸ਼ਨ, ਮੁਲਾਜ਼ਮਾਂ ਦੀ ਕੋਆਪਰੇਸ਼ਨ, ਹਾਲਾਤ ਮਾੜੇ ਕੀ ਹਾਲਾਤ ਮਾੜੇ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਪਤਾ ਲੱਗੇ ਤੁਹਾਨੂੰ? ਪਹਿਲਾਂ ਨਹੀਂ ਪਤਾ ਸੀ? ਨਹੀਂ, ਉਸ ਤੋਂ ਬਾਅਦ ਵੀ ਦੇਖੋ ਜੀ ਕਿੱਡੇ ਵੱਡੇ ਵੱਟੇ ਪੈਂਦੇ ਰਹੇ। ਨਹੀਂ ਪਹਿਲਾਂ ਇਹ ਤਾਂ ਦੱਸੋ ਨਾ ਸਾਹਿਬ, ਪਹਿਲਾਂ ਨਹੀਂ ਪਤਾ ਸੀ ਜਦੋਂ ਤੁਸੀਂ ਵਾਅਦੇ ਕੀਤੇ, ਕੀ ਤੁਹਾਨੂੰ ਪਹਿਲਾਂ ਨਹੀਂ ਹਾਲਾਤ ਪਤਾ ਸੀ ਵੀ ਕੀ ਹਾਲਾਤ ਨੇ ਪੰਜਾਬ ਦੇ? ਜੀਐਸਟੀ ਦਾ ਜਿਹੜਾ ਅਸਰ, ਉਸ ਤੋਂ ਬਾਅਦ ਜਿਹੜਾ ਦੇਖੋ ਪੰਜਾਬ ਆਈਸੋਲੇਸ਼ਨ ਚ ਆਪਾਂ ਨਹੀਂ ਦੇਖ ਸਕਦੇ। ਸਮਝ ਨਹੀਂ ਆਉਂਦੀ, ਜੀਐਸਟੀ ਪੰਜਾਬ ਤੇ ਲਾਗੂ ਥੋੜੀ ਹੋਇਆ ਹੈ, ਜੀਐਸਟੀ ਤਾਂ ਪੂਰੇ ਮੁਲਕ ਚ ਲਾਗੂ ਹੋਇਆ, ਪੂਰਾ ਮੁਲਕ ਸਤਿਆਨਾਸ਼ ਹੋ ਰਿਹਾ। ਬਾਕੀ ਵੀ ਤੁਸੀਂ ਦੇਖੋ ਕਿੱਥੇ ਸਾਰੇ ਦੇਸ਼ ਦੇ ਵਿੱਚ ਕਿਸਾਨ ਮਰ ਰਹੇ ਨੇ, ਸਾਰੇ ਦੇਸ਼ ਦੇ ਵਿੱਚ ਅੱਜ ਪੂਰਾ ਭਾਰਤ ਬੰਦ ਹੈ ਜੀ। ਕਿਉਂ ਬੰਦ ਆ? ਕਿਉਂ ਬੰਦ ਆ? ਮੈਂ ਉਹੀ ਗੱਲ ਕਹਿ ਰਿਹਾ ਕੀ ਪੰਜਾਬ ਦੇ ਆਰਥਿਕ ਇੱਕ ਸਵਾਲ ਦਾ ਜਵਾਬ ਦੇ ਦਿਓ, ਇੱਕ ਸਵਾਲ ਦਾ ਜਵਾਬ ਸਿਰਫ, ਕਿ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਲਈ ਕੇਂਦਰ ਸਰਕਾਰ ਬਹੁਤ ਵੱਡੀ ਹੱਦ ਤੱਕ, ਵੱਡੇ ਹੱਦ ਤੱਕ 90% ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕਿਉਂ? ਮੈਂ ਦੱਸ ਰਿਹਾ, ਕਿਉਂ? ਸੁਣੋ ਹੁਣ ਜਰਾ। ਜਦੋਂ ਨੋਟਬੰਦੀ ਹੋਈ, ਪੰਜਾਬ ਦਾ ਆਲੂ ਨਹੀਂ ਵਿਕਿਆ 3-4 ਸਾਲ ਤੋਂ, ਸੜਕਾਂ ਤੇ ਰੁਲਿਆ, ਸਿਰਫ ਇਸ ਸਾਲ ਹੁਣ ਰੇਟ ਮਿਲਣ ਲੱਗਿਆ। ਕਿਉਂ? ਕਿਉਂਕਿ ਇਹ ਕੈਸ਼ ਨਾਲ ਸੇਲ ਹੁੰਦੀ ਹੈ, ਆਲੂਆਂ ਦੀ ਕੈਸ਼ ਨਾਲ। ਜ਼ਿਮੀਂਦਾਰ ਨੂੰ ਕਿਸੇ ਜਾ ਕੇ ਪੁੱਛ ਲਓ, ਕਿਸੇ ਟ੍ਰੇਡਰ ਨੂੰ ਜਾ ਕੇ ਪੁੱਛ ਲਓ ਕਿ ਕਿਉਂ ਨਹੀਂ ਹੋਇਆ। ਗੱਡੀਆਂ ਦੀ ਸੇਲ, ਤੁਸੀਂ ਤਾਂ ਜੀਐਸਟੀ ਦੀ ਗੱਲ ਕਰ ਰਹੇ, ਕਿਉਂ ਘਟਿਆ? ਗੱਡੀਆਂ ਦੀ ਸੇਲ 40-50% ਡਾਊਨ ਆਈ ਕਿ ਨਹੀਂ ਆਈ? ਤੇ ਪੰਜਾਬ ਦੇ ਵਿੱਚ ਮੈਕਸਿਮਮ ਜਿਹੜੀਆਂ ਗੱਡੀਆਂ ਪੰਜਾਬ 'ਚ ਵਿਕਦੀਆਂ ਨੇ, ਜੇ ਗੱਡੀਆਂ ਨਹੀਂ ਵਿਕਣਗੀਆਂ, ਡੀਜ਼ਲ ਅੱਗੇ ਨਹੀਂ ਵਿਕੇਗਾ, ਪੈਟਰੋਲ ਨਹੀਂ ਵਿਕੇਗਾ, ਜੀਐਸਟੀ ਕਿੱਥੋਂ ਵਧੇਗਾ ਪੰਜਾਬ ਦਾ? ਸਾਰਾ ਹਰਿਆਣਾ ਗੱਲ ਕਰੀ ਜਾਊਂਗਾ ਮੈਂ, ਜਦੋਂ ਤੁਸੀਂ, ਜਦੋਂ ਮੋਦੀ ਸਰਕਾਰ ਦੇਸ਼ ਨੂੰ ਲੜਾਏਗੀ, ਲੋਕਾਂ ਨੂੰ ਲੜਾਏਗੀ, ਦੇਸ਼ ਦੇ ਵਿੱਚ ਇਨਵੈਸਟਮੈਂਟ ਕਿੱਥੋਂ ਆਏਗੀ? ਹੁਣ ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ, ਹਿੰਦੂ ਨੂੰ ਮੁਸਲਮਾਨ ਲੜਾਇਆ ਜਾ ਰਿਹਾ, ਤੁਸੀਂ ਕਿੱਥੇ ਤਰੱਕੀ ਕਰੋਗੇ? ਕਿੱਥੇ ਜਾਓਗੇ? ਸਾਹਿਬ ਨੇ ਕਿਹਾ ਆਗੂ ਵੀ ਨੇ, ਇੱਕ ਸੈਕਿੰਡ, ਪੰਜਾਬ ਨੂੰ ਆਈਸੋਲੇਸ਼ਨ ਨਾ ਦੇਖੋ, ਪੰਜਾਬ ਨੂੰ, ਜਿਸ ਪੰਜਾਬ ਨੂੰ ਪੂਰੇ ਦੇਸ਼ ਨਾਲ ਜੋੜ ਕੇ ਦੇਖੋ। ਸਰਕਾਰ ਤੇ ਤੁਸੀਂ ਤੰਜ ਕੱਸਿਆ, ਉਹਦਾ ਜਵਾਬ ਆਪਾਂ ਇਹਨਾਂ ਦੀ ਗੱਲ ਹੀ ਆ। ਮੈਂ ਜਵਾਬ ਇੱਕ ਮਿੰਟ ਕੌਲ ਸਾਹਿਬ, ਇੱਕ ਮਿੰਟ ਚੰਨੀ ਸਾਹਿਬ, ਦੋ ਗੱਲਾਂ ਦਾ ਜਵਾਬ ਦਿਓ ਪਲੀਜ਼। ਇੱਕ ਗੱਲ ਜਿਹੜੀ ਜੀਐਸਟੀ ਦੀ ਵਾਰ-ਵਾਰ ਕੀਤੀ ਜਾ ਰਹੀ ਹੈ, ਇਹਨਾਂ ਨੇ ਸਾਰਾ ਠੀਕਰਾ ਜੀਐਸਟੀ ਤੇ ਨੋਟਬੰਦੀ ਤੇ ਭੰਨਿਆ ਕਿ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਲਈ ਇਹ ਦੋ ਚੀਜ਼ਾਂ ਸਭ ਤੋਂ ਵੱਧ ਜ਼ਿੰਮੇਵਾਰ ਨੇ ਜਿਹੜੇ ਹਾਲਾਤਾਂ ਦੇ ਅੱਜ ਪੰਜਾਬ ਖੜਿਆ। ਹਾਲਾਂਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਪਿਛਲੀ ਸਰਕਾਰ ਕਰਕੇ ਪੰਜਾਬ ਦੇ ਹਾਲਾਤ ਉਹ ਵੀ ਨਾਲ ਦਾ ਜ਼ਰੂਰੀ ਹੈ ਜੀ। ਅੱਛਾ, 31,000 ਕਰੋੜ 31,000 ਕਰੋੜ ਇੱਕ ਦਿਨ ਪਹਿਲਾਂ ਆਪਾਂ ਜਵਾਬ ਲੈ ਜਿਹੜਾ ਗੱਲ ਪਾਇਆ। ਹਾਂਜੀ ਚੰਨੀ ਸਾਹਿਬ, ਤੇ ਜਿਹੜਾ ਪੀਐਸਪੀਐਲ ਦੇ ਨਾਲ ਕੀਤੇ ਨੇ, ਜਿਹੜੇ ਕੀਤੇ ਨੇ ਐਗਰੀਮੈਂਟ ਕੀਤੇ ਨੇ। ਹਾਂਜੀ ਚੰਨੀ ਸਾਹਿਬ, ਬ੍ਰਦਰ ਗੱਲ ਇਹ ਹੈਗੀ ਹੈ ਕਿ ਆਪਾਂ ਪੰਜਾਬ ਨੂੰ ਆਈਸੋਲੇਸ਼ਨ ਦੇ ਵਿੱਚ ਨਹੀਂ ਦੇਖ ਸਕਦੇ। ਪੰਜਾਬ ਇਜ਼ ਵੈਰੀ ਮਚ ਪਾਰਟ ਆਫ ਦੀ ਹੋਲ ਆਫ ਦੀ ਕੰਟਰੀ, ਐਂਡ ਪੰਜਾਬ ਦਾ ਜਿਹੜਾ ਇਕਨੋਮਿਕ ਲੈਵਲ ਹੈਗਾ, ਸਾਰਾ ਲੈਵਲ ਹੈਗਾ, ਇਟਸ ਫਾਰ ਬੈਟਰ ਦੈਨ ਮੈਨੀ ਅਦਰ ਸਟੇਟਸ। ਜੇ ਉਹਨੂੰ ਅਸੀਂ ਗੱਲ ਨੂੰ ਮੱਦੇਨਜ਼ਰ ਰੱਖਦੇ ਹੈਗੇ ਆ ਤਾਂ ਜਿਹੜੀ ਇੱਥੋਂ ਜੀਐਸਟੀ ਦੀ ਕਲੈਕਸ਼ਨ ਹੈਗੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ, ਔਰ ਹਰ ਚੀਜ਼ ਇੱਥੇ ਜ਼ਿਆਦਾ ਵਿਕਦੀ ਹੈ, ਹਰ ਚੀਜ਼ ਹਰ ਪਹਿਲੂ ਤੇ ਡਾਊਨ ਆਈ ਅੱਗੇ ਹੈਗੇ। ਡਾਊਨ ਆਈ ਹੈ, ਡਾਊਨ ਆਈ ਹੈ ਕਿਉਂਕਿ ਨੋਟਬੰਦੀ ਐਂਡ ਜੀਐਸਟੀ ਲੂਪ ਹੋਲਸ ਨੇ। ਡਾਊਨ ਹੋਲ, ਹਾਂ, ਲੂਪ ਹੋਲਸ ਵਨ ਫੈਕਟਰ ਇਹ ਹੈਗਾ ਕਿ ਸੈਂਟਰ ਗਵਰਨਮੈਂਟ ਨੇ ਟੀਮਾਂ ਬਣਾਈਆਂ ਨੇ ਐਨਫੋਰਸਮੈਂਟ ਦੀਆਂ, ਤੇ ਜਿਹੜਾ ਜਾਲਸਾਜੀ ਹੋ ਰਿਹਾ ਫੜਨ ਵਾਸਤੇ, ਇਹ ਵੀ ਰੋਲ ਸੈਂਟਰ ਗਵਰਨਮੈਂਟ ਦਾ ਹੈ। ਟੀਮਾਂ ਕਿਹਦੀਆਂ ਨੇ? ਪੰਜਾਬ ਦੇ ਨਹੀਂ ਹੈਗੀਆਂ ਕਰ ਸਕਦੇ ਹੈ ਕਿ ਪੰਜਾਬ ਦੇ ਵਿੱਚ ਕੋਈ ਖਾਸ ਗੱਲ ਹੈ ਜਿਸ ਕਰਕੇ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਵਿਜੀਲੈਂਸ ਟੀਮ ਸੈਂਟਰ ਗਵਰਨਮੈਂਟ ਦੇ ਈਡੀ ਹੈਗਾ, ਟੈਕਸੀ ਦਾ ਨਹੀਂ ਇਹ ਗੱਲ ਲੂਪ ਹੋਲ ਦੀ ਗੱਲ ਤੇ ਹੋਰ ਹੋ ਰਹੀ ਹੈ ਤਾਂ ਤੁਸੀਂ ਵਨ ਲੈ ਕੇ ਜਾ ਰਹੇ ਹੋ। ਇੱਕ ਵਨ ਫੈਕਟਰ ਨੀਲ ਗਰਗ ਸਾਹਿਬ ਨੇ 4 ਚੀਜ਼ਾਂ ਗਣਾਈਆਂ ਨੇ, ਤੁਸੀਂ 4 ਚੀਜ਼ਾਂ ਤੇ ਦੱਸ ਦਿਓ ਕਿ ਕਿੱਥੇ ਲੂਪ ਹੋਲ ਹੈਗੇ ਕਿ ਨਹੀਂ ਹੈਗੇ ਆ। ਪਹਿਲੀ ਹੈ ਰੇਤਾ, ਦੂਜੀ ਹੈ ਪੈਟਰੋਲ, ਤੀਜੀ ਹੈ ਸ਼ਰਾਬ ਤੇ ਚੌਥੀ ਹੈ ਟਰਾਂਸਪੋਰਟੇਸ਼ਨ। ਹੁਣ ਇਹ ਦੱਸ ਦਿਓ ਸਭ ਤੋਂ ਮਹਿੰਗਾ ਪੈਟਰੋਲ ਪੰਜਾਬ ਚ, ਸਭ ਤੋਂ ਮਹਿੰਗਾ ਪੈਟਰੋਲ ਪੰਜਾਬ। ਦੇਖੋ ਜਿੱਥੋਂ ਤੱਕ ਮਾਈਨਿੰਗ ਦੇ ਵਿੱਚ ਵੱਡੀ ਕਮਾਈ ਹੋਏਗੀ। ਬਿਲਕੁਲ ਸੈਂਡ ਮਾਈਨਿੰਗ ਜਿਹੜੀ ਗੱਲ ਹੈਗੀ ਹੈ, ਮੈਨੂੰ ਇਹ ਮੰਨਣ 'ਚ ਕੋਈ ਇਤਰਾਜ਼ ਨਹੀਂ ਹੈਗਾ ਕਿ ਸੈਂਡ ਮਾਈਨਿੰਗ ਦੀ ਜਿਹੜੀ ਇਲੀਗਲ ਮਾਈਨਿੰਗ ਹੈ ਉਹ ਅਸੀਂ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਅਜੇ ਕਾਮਯਾਬ ਨਹੀਂ ਹੋਏ। ਸਾਡੀ ਪਾਲਿਸੀ ਚੇਂਜ ਜ਼ਰੂਰ ਕੀਤੀ ਅਸੀਂ ਫਾਰਵਰਡ ਬਿਡਿੰਗ ਜਿਹੜੀ ਕੀਤੀ ਹੈ ਉਹਦੇ ਨਾਲ ਸਾਡੀ ਇਨਕਮ ਵਧੀ ਹੈ।
ਕਿਉਂ ਨਹੀਂ ਹੋਈ ਵਧੀਆ ਜੀ, ਇਨਕਮ ਵਧੀਆ। ਇਨਕਮ ਵਧੀ ਹੈ। ਇੱਕ ਹਰ ਸਰ ਇਹ ਤਾਂ ਗੱਲ ਗਲਤ ਹੈ ਜੀ, ਨੈਸ਼ਨਲ ਚੈਨਲ ਤੇ ਬੈਠੇ ਸਾਹਿਬ ਆંકੜੇ ਜ਼ਰੂਰ ਚੈੱਕ ਕਰਕੇ ਆਇਆ ਕਰੋ, ਆંકੜੇ ਜ਼ਰੂਰ ਚੈੱਕ ਕਰਕੇ ਆਇਆ ਕਿ ਆਮਦਨ ਵਧੀ ਹੈ ਕਿ ਘਟੀ ਹੈ। ਇਹ ਕਹਿੰਦੇ ਜਿਹੜੀ ਇਲੀਗਲ 85% ਆਮਦਨ ਘਟੀ ਹੈ ਜਨਾਬ, 85%। ਉਹਦਾ ਫਰਕ ਤਾਂ ਪਿਆ ਜੀ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਹੁਣ ਰੇਟ ਆਮਦਨ ਵਧੀ ਹੈ, 85% ਤੁਹਾਡੀ ਘਟੀ ਹੈ ਆਮਦਨ। ਹੋਇਆ ਕਿਉਂਕਿ ਫਾਈਨਲ ਨਹੀਂ ਹੋ ਸਕੀਆਂ ਆਪਾਂ ਫੈਕਟ ਸਹੀ ਰੱਖਿਆ ਤਾਂ ਫੈਕਟ ਸਹੀ ਰੱਖਿਆ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਆਮਦਨ ਵੱਧ ਗਈ ਹੈ, ਦੂਜੇ ਪਾਸੇ ਕਈ ਜਿਹੜੇ ਕਲੀਅਰ ਨਹੀਂ ਕੀਤੀ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਮਾਈਨਿੰਗ ਪਾਲਿਸੀ ਦੀ ਹੋਰ ਇੰਪਰੂਵਮੈਂਟ ਦੀ ਲੋੜ ਹੈਗੀ ਹੈ, ਇਸ ਤੋਂ ਆਮਦਨ ਤੁਸੀਂ ਮੰਨਦੇ ਹੋ ਨਾ ਕਿ ਇਸ ਮੁੱਦੇ ਤੇ ਫੇਲ ਹੋ ਗਈ। ਮੈਂ ਕਹਾਂਗਾ ਇੱਕ ਸੈਕਿੰਡ ਮਾਈਨਿੰਗ ਪਾਲਿਸੀ ਇਸ ਮੈਨੂੰ ਗੱਲ 'ਚ ਕੋਈ ਇਤਰਾਜ਼ ਨਹੀਂ ਹੈਗਾ ਕਿ ਮਾਈਨਿੰਗ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੈਗੀ ਹੈ। ਇਹਦੇ ਵਿੱਚ ਇਸ ਮਸਲੇ ਤੇ ਅਸੀਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ। ਅਸੀਂ ਕੋਸ਼ਿਸ਼ ਕੀਤੀ ਆ, ਅਸੀਂ ਪ੍ਰੋਗਰੈਸਿਵ ਬਿਲਿੰਗ ਲੈ ਕੇ ਆਂਦੀ ਹੈ ਜੋ ਸੁਪਰੀਮ ਕੋਰਟ ਤੱਕ ਸਾਡੀ ਅਪਹੈਲਡ ਹੋਈ ਹੈ, ਸੁਪਰੀਮ ਕੋਰਟ ਤੱਕ ਅਪਹੈਲਡ ਹੋਈ ਹੈ, ਲੇਕਿਨ ਲਿਟੀਗੇਸ਼ਨ ਕਾਰਨ ਸਾਡੀਆਂ ਪੂਰੀਆਂ ਆਕਸ਼ਨ ਨਹੀਂ ਹੋ ਸਕੀਆਂ। ਉਸ ਕਰਕੇ ਜਿਹੜੀ ਹੈਗੀ ਹੈ ਇਲੀਗਲ ਮਾਈਨਿੰਗ ਚੱਲਦੀ ਰਹੀ ਤੇ ਉਹਦਾ ਨੁਕਸਾਨ ਹੋਇਆ। ਨਹੀਂ ਮੈਂ ਕਹਿੰਦਾ ਇੱਕ ਸੈਕਿੰਡ, ਚਲੋ ਹੁਣ ਮਾਈਨਿੰਗ ਪਾਲਿਸੀ ਚਾਹੇ ਤੁਸੀਂ 10 ਵਾਰ ਬਦਲੋ, ਉਹਨੂੰ ਇੰਪਰੂਵ ਕਰੋ, ਪਰ ਮੈਂ ਇਹ ਕਹਿਣਾ ਹੈ ਕਿ ਜੇ ਸਰਕਾਰ ਦਾ ਹੱਥ ਨਾ ਹੋਵੇ, ਕਿਹੜੇ ਬੰਦੇ ਦੀ ਜ਼ਰੂਰਤ ਹੈ? ਇੱਕ ਹੋਰ ਆਪਣਾ ਬੱਠਲ ਵੀ ਕੱਢ ਕੇ ਲੈ ਡਿਫਰੈਂਟ ਇਸ਼ੂ ਨਹੀਂ ਹੈਗਾ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਮਾਈਨਿੰਗ ਨਾ ਹੋਵੇ, ਦੈਟ ਇਜ਼ ਐਕਸੈਪਟੇਬਲ। ਇਲੀਗਲ ਮਾਈਨਿੰਗ ਹੁੰਦੀ ਹੈ ਤਾਂ ਸਰਕਾਰ ਦਾ ਉਹਦੇ ਵਿੱਚ ਠੀਕ ਹੈ, ਠੀਕ ਮੈਂ ਮੰਨਦਾ ਹਾਂ ਸਰਕਾਰ ਦੀ ਹੈਗੀ ਹੈ। ਬਿਲਕੁਲ ਤੁਸੀਂ ਇਹ ਮੰਨਦੇ ਹੋ ਸਵੈਤ ਸਾਹਿਬ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ, ਪਰ ਘੱਟੋ ਘੱਟ ਆਪਾਂ ਨੂੰ ਇਹ ਵੀ ਮੰਨਣਾ ਪਏਗਾ ਕਿ ਸਰਕਾਰ ਦੇ ਹੁੰਦਿਆਂ ਇਲੀਗਲ ਮਾਈਨਿੰਗ ਹੋ ਸਕਦੀ ਹੈ। ਸਰਕਾਰ ਨੂੰ ਇਹ ਪਤਾ ਹੀ ਨਾ ਹੋਵੇ, ਤੁਹਾਡੇ ਪੁਲਿਸ ਮੁਲਾਜ਼ਮਾਂ ਨੂੰ ਪਤਾ ਨਾ ਹੋਵੇ, ਅਫਸਰਾਂ ਨੂੰ ਪਤਾ ਨਾ ਹੋਵੇ, ਵਿਧਾਇਕਾਂ ਨੂੰ ਪਤਾ ਨਾ ਹੋਵੇ ਉਹਨਾਂ ਇਲਾਕਿਆਂ 'ਚ ਇਲੀਗਲ ਮਾਈਨਿੰਗ ਹੋ ਰਹੀ ਹੈ। ਹਾਂਜੀ ਇਹ ਤਾਂ ਹੋ ਰਹੀ ਹੈ, ਪਰ ਅਸੀਂ ਰੋਕ ਨਹੀਂ ਸਕਦੇ। ਫਿਰ ਪੰਜਾਬ 'ਚ ਸਰਕਾਰ ਮੈਂ ਮੰਨ ਰਿਹਾ ਜੀ, ਇਸੇ ਕਰਕੇ ਮੈਂ ਮੰਨ ਰਿਹਾ ਕਿ ਸਾਨੂੰ ਇਸ ਪਾਸੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ, ਸਰਕਾਰ ਨੂੰ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ। ਹਾਂਜੀ ਕੰਬੋਜ ਸਾਹਿਬ, ਮੈਂ ਇਹਨਾਂ ਕੋਲੋਂ ਸਪੈਸਿਫਿਕ ਸਵਾਲ ਪੁੱਛੇ ਨੇ ਔਰ ਇਹਨਾਂ ਨੇ ਉਸ ਗੱਲ ਦਾ ਹਾਲੇ ਤਾਈਂ ਕੋਈ ਜਵਾਬ ਨਹੀਂ ਦਿੱਤਾ ਕਿ ਮੇਰੇ ਹੁਣ ਸਵਾਲ ਮਹਾਰਾਜ ਸੁਣ ਲਓ, ਜਿਹੜੀ ਤੁਸੀਂ GST ਦੀ ਗੱਲ ਕਰ ਰਹੇ ਹੋ, GST ਦੀ ਜਿਹੜੀ ਗਵਰਨਮੈਂਟ ਦਾ ਸੀ ਕੰਪਨਸੇਸ਼ਨ ਦੇ ਤੁਸੀਂ ਪੈਸੇ ਮੰਗ ਰਹੇ ਹੋ ਔਰ ਕੰਪਨਸੇਸ਼ਨ ਦੇ ਤੁਹਾਨੂੰ 2 ਮਹੀਨੇ ਦੇ ਪੈਸੇ ਨਹੀਂ ਮਿਲੇ। ਤੁਹਾਡੀ ਜਿੰਨੀ GST ਸੀ ਉਹ ਸੀ 12%, ਉਹਦੀ ਜਗ੍ਹਾ ਤੇ ਗਵਰਨਮੈਂਟ ਤੁਹਾਨੂੰ ਇੰਡੀਅਨ ਗਵਰਨਮੈਂਟ 14% ਜਿਹੜੀ ਹੈ ਕੰਪਨਸੇਟ ਕਰਕੇ ਦੇ ਰਹੇ ਹੈ। ਤੇ ਜਿਹੜਾ ਤੁਸੀਂ ਰੌਲਾ ਪਾਇਆ ਹੈ ਤੁਹਾਡੇ GST ਜਿੰਨੀ ਇਹ ਕੋਈ ਆਸਾਨ ਨਹੀਂ ਹੈਗਾ। ਜਦੋਂ GST ਲਾਗੂ ਹੋਇਆ, ਐਕਟ ਬਣਿਆ, ਪਾਸ ਹੋਇਆ, ਪੂਰੇ ਹਿੰਦੁਸਤਾਨ ਦੇ ਵਿੱਚ ਸਟੇਟਾਂ ਨੂੰ ਉਹ ਜਿੰਨਾ ਰੈਵਨਿਊ ਲਾਸ ਹੋਇਆ ਸੀਗਾ ਉਹਨੂੰ ਕੰਪਨਸੇਟ ਕਰਨ ਦਾ ਰਾਈਟ ਹੈ ਸਟੇਟਾਂ ਦਾ। ਸਾਹਿਬ ਇੱਕ ਰਿਕੁਐਸਟ ਹੈ, ਤੁਸੀਂ ਲਿਖ ਲਓ, ਜਵਾਬ ਬਾਅਦ ਚ ਦੇ ਦਿਓ, ਫਿਰ ਇਦਾਂ ਗੱਲ ਨਿਬੜਦੀ ਨਹੀਂ। ਇੱਕ ਪਾਸੇ ਨਹੀਂ ਜਿਹੜਾ ਹੈ, ਹਾਂਜੀ ਬੋਲੋ ਜਲਦੀ ਬੋਲੋ। ਇਹਨਾਂ ਨੇ ਕਹਿੰਦੇ ਜੀ ਮੁਲਾਜ਼ਮ ਜੇ ਕੰਮ ਨਹੀਂ ਕਰਨਗੇ ਤਾਂ ਉਹਨਾਂ ਦੀ ਤਨਖਾਹ ਕੱਟੀ ਜਾਏਗੀ। ਚੀਫ ਮਿਨਿਸਟਰ ਸਾਹਿਬ ਪਿਛਲੇ 3 ਸਾਲਾਂ 'ਚ 6 ਵਾਰੀ ਆਪਣੇ ਆਫਿਸ ਗਏ ਨੇ, ਉਹਨਾਂ ਦੀ ਤਨਖਾਹ ਤੁਸੀਂ ਕਿਉਂ ਦਿੰਦੇ ਹੋ? ਉਹ ਸਰਬੀਆ ਜਾਂਦੇ ਨੇ ਸ਼ਿਕਾਰ ਖੇਲਣ ਦੋਸਤਾਂ ਦੇ ਨਾਲ, ਉਸ ਵੇਲੇ ਵੀ ਤਨਖਾਹ ਤੁਹਾਡੀ ਚਾਲੂ ਹੁੰਦੀ ਹੈ, ਉਦੋਂ ਕੰਮ ਨਹੀਂ ਕਰ ਰਹੇ, ਉਹਨਾਂ ਦੀ ਤਨਖਾਹ ਕਿਉਂ ਦਿੰਦੇ ਹੋ? ਤੇ ਇਹਨਾਂ ਦੇ ਜਵਾਬ ਨਹੀਂ ਦਿੱਤਾ ਕਿ GST ਦੇ ਵਿੱਚ ਇਹ 44ਵੇਂ ਨੰਬਰ ਤੇ ਕਿਉਂ ਨਹੀਂ। ਜਿੱਥੋਂ ਤੱਕ ਇਹਨਾਂ ਨੇ ਮਾਈਨਿੰਗ ਦੀ ਗੱਲ ਕੀਤੀ ਹੈ, ਨਾਨ ਪਲੈਨਡ ਟੈਕਸਿਸ ਇਹਨਾਂ ਦੀ ਕਲੈਕਸ਼ਨ ਐਸਟੀਮੇਟ ਦਾ 15% ਹੈ। ਲਿਖ ਲਓ ਸਵੈਜ ਸਾਹਿਬ, ਤੁਸੀਂ ਹਾਈ ਕੋਰਟ ਦੇ ਵਕੀਲ ਹੋ, ਮੈਂ ਲਿਖ ਰਿਹਾ ਜੀ। ਨਾਨ ਪਲੈਨਡ ਟੈਕਸਿਸ ਜਿਹੜੇ ਹੈ ਤੁਹਾਡੀ ਕਲੈਕਸ਼ਨ ਜਿਹਦੇ ਵਿੱਚ ਮਾਈਨਿੰਗ ਆਉਂਦੀ ਹੈ, ਨਾਨ ਪਲੈਨਡ ਟੈਕਸਿਸ ਤੁਹਾਡੇ ਐਸਟੀਮੇਟ ਤੋਂ ਖਾਲੀ ਹਾਲੇ ਤੱਕ 15% ਕਲੈਕਟ ਹੋਇਆ ਹੈ। ਉਹ ਕਿਉਂ ਹੋਇਆ ਹੈ? ਅਗਲੀ ਗੱਲ, ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਜਿਹੜੇ ਤੁਹਾਡੇ ਐਡਵਾਈਜ਼ਰ, ਐਵੀਏਸ਼ਨ ਐਡਵਾਈਜ਼ਰ, ਇੱਕ ਹੈਲੀਕਾਪਟਰ ਹੈ, ਉਹ ਤੁਸੀਂ ਉਹਨੂੰ ਕਿਉਂ ਰੱਖਿਆ ਹੋਇਆ ਹੈ? ਤੁਸੀਂ ਡਿਫੈਂਸ ਐਡਵਾਈਜ਼ਰ ਕਿਉਂ ਰੱਖੇ ਹੋਏ ਨੇ? ਔਰ ਤੁਸੀਂ ਇਹਨਾਂ ਜਿਹੜੇ ਸਾਰੇ ਬੰਦਿਆਂ ਦੇ ਜਿਹੜੇ ਉਹ ਪੈਸੇ ਹੈਗੇ ਆ ਉਹਨਾਂ ਨੂੰ ਤੁਸੀਂ ਕੁਝ ਕੀਤਾ ਹੈ? ਉਹਨਾਂ ਦੇ ਘਟਾਉਣ ਲਈ ਕੁਝ ਕੀਤਾ? ਚਲੋ ਆ ਗਈ ਕੰਬੋਜ ਸਾਹਿਬ, ਆਪਣੇ ਕੋਲ ਸਮਾਂ ਘੱਟ ਹੈ, ਮੈਨੂੰ ਸਾਰਾ ਟਾਈਮ ਦੇਣਾ। ਗਰਗ ਸਾਹਿਬ ਦੱਸੋ, ਹੁਣ ਦੱਸੋ ਜੀ ਗਰਗ ਸਾਹਿਬ। ਦੇਖੋ ਇਹਨਾਂ ਤੋਂ ਪੁੱਛ ਲਓ ਨਾ, ਫਿਰ ਭੁੱਲ ਜਾਂਦੇ ਨੇ। ਨਹੀਂ ਇਕੱਠੇ ਪੁੱਛਾਂਗਾ ਹੁਣ ਮੈਂ। ਹਰਪ੍ਰੀਤ ਜੀ ਇੱਕ ਮਿੰਟ ਸਵੈਜ ਸਾਹਿਬ। ਹਾਂਜੀ ਗਰਗ ਹਰਪ੍ਰੀਤ ਜੀ, ਕੰਮ ਨਹੀਂ ਤਨਖਾਹ ਨਹੀਂ, ਤੁਹਾਨੂੰ ਬਹੁਤ ਵਧੀਆ ਲੱਗਦਾ, ਬਿਲਕੁਲ ਲਾਗੂ ਕਰੋ ਇਸ ਨੂੰ, ਪਰ ਸ਼ੁਰੂਆਤ ਮੁੱਖ ਮੰਤਰੀ ਤੋਂ ਕਰੋ, ਮੰਤਰੀ ਤੋਂ ਕਰੋ, MLA ਤੋਂ ਕਰੋ, ਫਿਰ IAS ਆਫੀਸਰਾਂ ਤੋਂ ਕਰੋ, ਫਿਰ ਥੱਲੇ ਤੱਕ ਆ ਜਾਓ। ਕਿਸੇ ਨੂੰ ਕੋਈ ਇਤਰਾਜ਼ ਨਹੀਂ, ਮੁਲਾਜ਼ਮ ਬਿਲਕੁਲ ਰੌਲਾ ਨਹੀਂ ਪਾਉਣਗੇ। ਅਸੀਂ ਤੇ ਮੁਲਾਜ਼ਮਾਂ ਨੂੰ ਬਹੁਤ ਆਖਿਆ ਸੀ 2016 17 ਚ ਕਿ
ਤੁਸੀਂ ਖੂਹ ਚੋਂ ਨਿਕਲ ਕੇ ਖਾਈ 'ਚ ਡਿੱਗ ਰਹੇ ਹੋ। ਅੱਜ ਕੌਲ ਸਾਹਿਬ ਨੇ ਮੰਨਿਆ ਵੀ ਹੈ, ਅਸੀਂ ਬਾਦਲਾਂ ਤੋਂ ਪਿੱਛੇ ਛਡਾਉਂਦੇ ਕੈਪਟਨਾਂ ਕੋਲੇ ਫਸ ਗਏ। ਇੱਥੇ ਹੁਣ ਕੰਬੋਜ ਸਾਹਿਬ ਵੀ ਵੱਡੀਆਂ ਗੱਲਾਂ ਕਰਦੇ ਆ, ਮਗਰਮੱਛ ਦੇ ਹੰਝੂ ਨਾ ਬਹਾਓ। ਜਿਹੜੀਆਂ ਵੀ ਸਰਕਾਰਾਂ ਪਿਛਲੇ ਸਮੇਂ 'ਚ ਰਹੀਆਂ ਨੇ, ਮੌਜੂਦਾ ਸਰਕਾਰ ਵੀ, ਇਹ ਜਿਹੜੀਆਂ ਮੁਲਾਜ਼ਮ ਵਿਰੋਧੀ ਰਹੀਆਂ ਨੇ, ਜੇ ਅੱਜ ਇਹ ਸਰਕਾਰ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਕੈਪਟਨਾਂ ਦੀ, ਤਾਂ ਘੱਟ ਅਕਾਲੀ ਦਲ ਦੀ ਸਰਕਾਰ ਨੇ ਨਹੀਂ ਗੁਜ਼ਾਰੀ। ਇੱਕ ਗੱਲ ਸਰ ਸਵੈਚ ਸਾਹਿਬ ਨੇ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਹਰੇਕ ਸੂਬੇ ਨਾਲੋਂ ਅੱਜ ਪੰਜਾਬ ਦਾ ਕਰਮਚਾਰੀ ਵੱਧ ਤਨਖਾਹ ਲੈ ਰਿਹਾ। ਮੈਂ ਜ਼ਿਆਦਾ ਦੂਰ ਤਾਂ ਨਹੀਂ ਜਾਂਦਾ, ਅੱਜ ਤੁਹਾਡੇ ਕੋਲ ਚੰਡੀਗੜ੍ਹ 'ਚ ਬੈਠੇ ਆ, ਹਰਿਆਣੇ 'ਚ ਬੈਠੇ ਆ, ਇੱਥੇ 165% ਡੀਏ ਮਿਲ ਰਿਹਾ, ਸਾਨੂੰ 143%, 22% ਸਿੱਧਾ ਸਾਨੂੰ ਡੀਏ ਦਾ ਇੱਥੇ ਘਾਟਾ ਪੈ ਰਿਹਾ। ਇੱਕ ਪੰਜਾਬ ਦੇ ਕਰਕੇ ਹਰਿਆਣਾ, ਦੂਜਾ ਹਿਮਾਚਲ ਦੇਖ ਰਿਹਾ, ਅੱਜ ਚੰਡੀਗੜ੍ਹ ਦੇਖ ਰਿਹਾ। ਪੇ ਕਮਿਸ਼ਨ, ਸਾਡਾ ਪੇ ਕਮਿਸ਼ਨ ਪਿਆ। ਮੈਂ ਇੱਕੋ ਗੱਲ ਕਰਨੀ ਚਾਹੁੰਦਾ ਕਿ ਸਰਕਾਰ ਚਾਹੇ ਨੋ ਵਰਕ ਨੋ ਪੇ ਦੀ ਚਿੱਠੀ ਇਸ਼ੂ ਕਰ ਦੇਵੇ, ਪਰ ਜਿਸ ਤਰ੍ਹਾਂ ਸਾਡੇ ਸਾਥੀ ਨੇ ਪਹਿਲਾਂ ਕਿਹਾ ਕਿ ਇਹ ਲਾਗੂ ਜਿਹੜੀ ਉੱਪਰ ਤੋਂ ਹੋਣੀ ਚਾਹੀਦੀ ਆ, ਨਾ ਕਿ ਥੱਲੇ ਤੋਂ। ਨੰਬਰ 2, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਮੋਬਾਈਲ ਪੱਤੇ ਵਾਲੀ ਗੱਲ ਆ, ਇਹ ਵੀ ਸਰਕਾਰ ਦੀ ਪਾਈਪਲਾਈਨ ਦੇ ਵਿੱਚ ਹੈ, ਔਰ ਜਿਹੜਾ ਇਹ ਡਾਕਟਰਾਂ ਦਾ NPA ਬੰਦ ਕਰਨਾ, ਇਹ ਵੀ ਪਾਈਪਲਾਈਨ ਦੇ ਵਿੱਚ ਆ। ਪਤਾ ਨਹੀਂ ਇਹ ਪਾਸ ਹੋਣਾ ਕਿ ਨਹੀਂ ਹੋਣਾ, ਅਜੇ ਪਾਈਪਲਾਈਨ ਦੇ ਵਿੱਚ ਆ। ਜਿਹੜੇ ਇਹਨਾਂ ਨੇ ਐਡਵਾਈਜ਼ਰ ਰੱਖੇ ਆ, ਉਹਨਾਂ ਨੇ ਪਾਈਪਲਾਈਨ ਦੇ ਵਿੱਚ ਪਾਈਪ ਵਾਲੇ ਪਾਸੇ ਫੂਕ ਮਾਰਨੀ ਆ, ਉਹ ਬਾਹਰ ਹੀ ਆਉਣੇ ਆ, ਪਾਈਪ ਦੇ ਵਿੱਚ ਨਹੀਂ ਰਹਿਣੇ ਹੈਗੇ। ਇਸ ਕਰਕੇ ਮੁਲਾਜ਼ਮਾਂ ਦਾ ਘਾਣ ਹੋ ਰਿਹਾ। ਅਸੀਂ ਇੱਕ ਗੱਲ ਦੀ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ, ਇਹ ਗੱਲ ਕਲੀਅਰ ਹੈ, ਕਾਂਗਰਸ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਮੁਲਾਜ਼ਮ ਉਹ ਮੁਲਾਜ਼ਮ ਹੈ ਜਿਹੜੇ ਸਰਕਾਰਾਂ ਬਣਾਉਂਦੇ ਆ ਤੇ ਸਰਕਾਰਾਂ ਢਾਉਂਦੇ ਆ। ਅਸੀਂ ਇੱਕ ਸਾਨੂੰ ਸਰ 4 ਮੀਟਿੰਗਾਂ CM ਸਾਹਿਬ ਦੇ ਨਾਲ ਹੋਈਆਂ, ਉਹਨਾਂ ਨਾਲ ਵਿੱਤ ਮੰਤਰੀ ਸਾਹਿਬ ਨਾਲ ਹੋਈਆਂ, ਔਰ ਇੱਕ ਸਾਡੀ ਮੀਟਿੰਗ ਨਹੀਂ, ਉਹਨੂੰ ਮਿਲਣੀ ਕਹਿ ਸਕਦੇ ਆ, ਮਿਲਣੀ ਹੁੰਦੀ ਹੈ। ਜਿੱਦਾਂ ਆਪਾਂ ਗਏ ਤਾਂ ਉਹਨਾਂ ਨੇ ਕਿਹਾ ਜਾ ਕੇ ਤੁਸੀਂ ਵਿੱਤ ਮੰਤਰੀ ਸਾਹਿਬ ਨੂੰ ਮਿਲ ਲਓ, ਉਹ ਹੋਈ ਸਾਡੀ CM ਸਾਹਿਬ ਨਾਲ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਜਿਹੜੀ ਆ ਰੈਲੀ ਜਿਹੜੀ ਆ ਜਿਮਨੀ ਚੋਣ ਦੀ ਜਿਹੜੀ ਆ ਮੁੱਲਾਪੁਰ ਦਾਖਾਂ ਦੀ ਰੈਲੀ ਕੈਂਸਲ ਕਰ ਦਿਓ, ਅਸੀਂ ਤੁਹਾਡੀਆਂ ਡਿਮਾਂਡਾਂ ਮੰਨਾਂਗੇ, ਤੁਸੀਂ ਵਿੱਤ ਮੰਤਰੀ ਕੋਲ ਚੱਲ ਜਾਓ। ਅਸੀਂ ਵਿੱਤ ਮੰਤਰੀ ਸਾਹਿਬ ਕੋਲ ਗਏ, ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ CM ਸਾਹਿਬ ਨੇ ਭੇਜਿਆ, ਕਹਿੰਦੇ ਵੀ ਹੁਣ ਤਾਂ ਮੇਰੇ ਕੋਲ ਟਾਈਮ ਹੈ, ਤੁਸੀਂ 16 ਤਰੀਕ ਨੂੰ ਆ ਜਾਇਓ। ਅਸੀਂ ਕਿਹਾ ਸਰ 14 ਨੂੰ ਤਾਂ ਸਾਡੀ ਰੈਲੀ ਹੈਗੀ ਮੁੱਲਾਪੁਰ ਦਾਖਾਂ, ਕਹਿੰਦੇ ਰੈਲੀ ਕਰਕੇ ਆ ਜਾਇਓ। CM ਸਾਹਿਬ ਕਹਿ ਰਹੇ ਆ ਕਿ ਰੈਲੀ ਪੋਸਟਪੋਨ ਕਰ ਦਿਓ, ਅਸੀਂ ਤੁਹਾਡੀਆਂ ਡਿਮਾਂਡਾਂ ਮੰਨਣ ਨੂੰ ਤਿਆਰ ਹਾਂ। ਵਿੱਤ ਮੰਤਰੀ ਸਾਹਿਬ ਕਹਿੰਦੇ ਆ ਰੈਲੀ ਤੁਸੀਂ ਕਰਕੇ ਆ ਜਾਓ। ਉਸ ਤੋਂ ਬਾਅਦ ਸਰ ਸਾਨੂੰ 5ਵੀਂ ਮੀਟਿੰਗ ਜਿਹੜੀ ਵਿੱਤ ਮੰਤਰੀ ਸਾਹਿਬ ਤੋਂ ਮਿਲੀ ਆ, ਉਹ ਮੁੱਲਾਪੁਰ ਦਾਖਾਂ ਦੇ ਵਿੱਚ ਮਿਲੀ ਹੈ। ਮੁੱਲਾਪੁਰ ਦਾਖਾਂ ਦੇ ਵਿੱਚ ਮਿਲੀ ਹੈ, ਤੇ ਉੱਥੇ ਉਹਨਾਂ ਨੇ ਸਾਨੂੰ ਕਿਹਾ ਕਿ ਉਹ ਜਿਹੜਾ ਉੱਥੇ ਕੈਂਡੀਡੇਟ ਸੀਗਾ ਸਿੱਧੂ, ਉਹ ਕਹਿੰਦਾ ਸੀ ਮੈਂ ਤੁਹਾਡੀ 5ਵੀਂ ਮੀਟਿੰਗ ਕਰਾਉਣਾ, ਤੁਹਾਡੀਆਂ ਡਿਮਾਂਡਾਂ ਬਾਹਰ ਕਢਾਊਂਗਾ। ਪਰ ਸਰ ਸਾਨੂੰ ਉੱਥੇ ਵਿੱਤ ਮੰਤਰੀ ਸਾਹਿਬ ਨੇ ਠੋਕ ਕੇ ਜਵਾਬ ਦਿੱਤਾ। ਅਸੀਂ ਉੱਥੇ ਗੱਲ ਕਹਿਤੀ ਸੀ ਕਿ ਅਸੀਂ ਮੁੱਲਾਪੁਰ ਦਾਖਾਂ ਦੇ ਕੈਂਡੀਡੇਟ ਨੂੰ ਹਰਾਵਾਂਗੇ, ਮੁਲਾਜ਼ਮਾਂ ਦੀ ਤਾਕਤ ਦਿਖਾਵਾਂਗੇ। ਸਰ ਮੁੱਲਾਪੁਰ ਦਾਖਾਂ ਦੇ ਵਿੱਚ ਅਸੀਂ ਅਕਾਲੀ ਦਲ ਕਾਂਗਰਸ ਦੇ ਉਮੀਦਵਾਰ ਨੂੰ ਹਰਾਇਆ। ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ, ਅਸੀਂ ਕੋਈ ਪੋਲੀਟੀਕਲ ਨਹੀਂ ਹੈ, ਨਾ ਅਸੀਂ ਸਰਕਾਰ ਦੇ ਕਿਸੇ ਹੋਰ ਸਰਕਾਰ ਦੇ ਆ, ਅਸੀਂ ਤਾਂ ਸਿਰਫ ਉਹ ਸਰਕਾਰ ਸਾਡੀ ਹੈ ਜਿਹੜੀ ਸਾਡੀਆਂ ਮੰਗਾਂ ਨੂੰ ਮੰਨਦੀ ਹੈ ਕਿ ਸਾਡਾ ਦੁੱਖ ਸਮਝਦੀ ਆ। ਤੇ ਨਹੀਂ ਤੇ ਮੁਲਾਜ਼ਮ ਜਿਹੜੀ ਆ ਉਹ ਹੁੰਦੇ ਨੇ ਸਰਕਾਰ ਦੀ ਰੀੜ ਦੀ ਹੱਡੀ, ਸਰਕਾਰ ਚਾਹੇ ਕੋਈ ਵੀ ਹੋਵੇ, ਔਰ ਰੀੜ ਦੀ ਹੱਡੀ ਦਾ ਜ਼ਖਮ ਹੁੰਦਾ ਬੜਾ ਖਤਰਨਾਕ ਹੁੰਦਾ। ਇੱਕ ਜੀ ਐਡ ਕਰ ਲਓ ਸਵੈਚ ਸਾਹਿਬ, MLA ਦਾ ਜਿਹੜਾ ਮੋਬਾਈਲ ਦਾ ਪੱਤਾ ਹੈ 15,000 ਰੁਪਏ ਮਹੀਨਾ ਹੈਗਾ, ਉਹਦੇ ਤੇ ਕਲੀਅਰ ਕਰ ਦਿਓ। ਜੇ ਮੁਲਾਜ਼ਮਾਂ ਦਾ ਘਟ ਸਕਦਾ ਤੁਸੀਂ ਉਹਨੂੰ ਪੈਕੇਜ ਸਸਤੇ ਹੋਗੇ, ਉਹ 15,000 ਤੋਂ 200 ਰੁਪਇਆ ਕਦੋਂ ਹੋਊਗਾ? ਦੇਖੋ ਕੌਲ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ, ਹੀ ਇਜ਼ ਐਬਸੋਲੂਟਲੀ ਰਾਈਟ ਕਿ ਮੁਲਾਜ਼ਮ ਸਰਕਾਰ ਬਣਾਉਂਦੇ ਵੀ ਨੇ ਤੇ ਮੁਲਾਜ਼ਮ ਸਰਕਾਰ ਨੂੰ ਚੱਲਦਾ ਵੀ ਕਰ ਦਿੰਦੇ ਨੇ। ਸੋ ਕੌਲ ਸਾਹਿਬ, ਸਰਕਾਰ ਤੁਹਾਡੇ ਤੋਂ ਥਰ-ਥਰ ਕੰਬਦੀ ਹੈ, ਤੁਸੀਂ ਚਿੰਤਾ ਨਾ ਕਰੋ, ਥੋੜੇ ਜਿਹੇ ਹਾਲਾਤ ਸੁਧਰ ਲੈਣ ਦਿਓ। ਪੰਜਾਬ ਦੇ ਜੋ ਸਾਰੀਆਂ 3 ਸਾਲ ਨਿਕਲ ਗਏ ਸਵੈਚ ਸਾਹਿਬ, ਫਾਈਨਾਂਸ ਹੋਰ ਕਦੋਂ ਹੋ ਜਾਣਗੇ, ਕਿੰਨਾ ਆਪਾਂ ਕਹੀ ਜੀ ਥੋੜਾ ਸਬਰ ਪੂਰੀਆਂ ਕਰ ਦਿਆਂਗੇ ਜੀ, ਲੇਕਿਨ ਹਾਲਾਤ ਮਾੜੇ ਨੇ ਬਹੁਤ ਜੀ ਅਜੇ। ਨਹੀਂ ਸਵੈਚ ਸਾਹਿਬ ਬਹੁਤ ਸਾਰੀਆਂ ਗੱਲਾਂ, ਇਹ ਵੀ ਗੱਲ ਇਹਦੇ ਬਿਲਕੁਲ ਸਵੈਚ ਸਾਹਿਬ ਇਹ ਹਾਲਾਤ ਠੀਕ ਕਿਵੇਂ ਹੋਣਗੇ? ਠੀਕ ਕਰਨੇ ਦੀ ਜ਼ਿੰਮੇਵਾਰੀ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ ਜੀ। ਆ ਥੋੜਾ ਜਿਹੜਾ ਵਿੱਤੀ ਸੰਕਟ ਹੈ ਜੀ, ਥੋੜਾ ਜਿਹਾ ਠੀਕ ਹੋ ਜਾਏਗਾ ਤੇ ਕਰਾਂਗੇ। ਮੇਰਾ ਇਤਰਾਜ਼ ਸਿਰਫ ਇਸ ਗੱਲ ਦਾ ਹੈ, ਤੁਸੀਂ ਵਿੱਤੀ ਹਾਲਾਤ ਠੀਕ ਕਰਨ ਦੀ ਗੱਲ ਕਰਦੇ ਹੋ, ਪਰ ਕਰਨੇ ਕਿਵੇਂ ਇਹ ਨਹੀਂ ਦੱਸਦੇ। ਲੈਟ ਮੀ ਕੰਪਲੀਟ। ਕੀ 506 ਕਰੋੜ ਰੁਪਏ ਨਾਲ ਵਿੱਤੀ ਹਾਲਾਤ ਠੀਕ ਹੋ ਜਾਣਗੇ ਜਿਹੜੇ ਮੁਲਾਜ਼ਮਾਂ ਦੀ ਜੇਬ ਚੋਂ ਕੱਢਣ ਲੱਗੇ ਆ? ਬਿਲਕੁਲ ਨਹੀਂ ਹੁੰਦੇ, ਬਿਲਕੁਲ ਨਹੀਂ ਹੁੰਦੇ। ਫਿਰ ਕਿਵੇਂ ਕਰੋਗੇ? ਹਾਲਾਤ ਤਾਂ ਦੱਸੋ ਨਾ ਕਿਵੇਂ ਠੀਕ ਕਰੋਗੇ ਪੰਜਾਬ ਦੇ? ਫੜੇਗਾ ਜੀ। ਜਿਹੜੀ ਦੂਜੀ ਗੱਲ ਕੀਤੀ ਹੈ ਜੀ, ਮੈਂ ਤੁਸੀਂ ਪਹਿਲਾਂ ਇਹ ਦੱਸੋ ਕਿ ਹਾਲਾਤ ਠੀਕ ਕਿਵੇਂ ਕਰੋਗੇ? ਮੁਲਾਜ਼ਮਾਂ ਨੂੰ ਤੁਸੀਂ ਭਰੋਸਾ ਦਿਵਾ ਰਹੇ ਹੋ ਕਿ ਸਭ ਕੁਝ ਠੀਕ ਹੋ ਜਾਏਗਾ, ਉਹ ਠੀਕ ਹੋਏਗਾ ਕਿਵੇਂ? ਇਹ ਉਹਨਾਂ ਨੂੰ ਸਮਝਾ ਦਿਓ। ਦੇਖੋ ਦੋ ਗੱਲਾਂ ਹੁੰਦੀਆਂ ਨੇ ਜੀ, ਇੱਕ ਸਰਕਾਰ ਦੀ ਇਨਕਮ ਵਧਾਉਣੀ ਹੁੰਦੀ ਆ। ਕਿਵੇਂ ਵਧਾਉਂਗੇ ਸਰਕਾਰ ਦੀ ਇਨਕਮ ਜੀ? ਦੇਖੋ ਜੇ ਹੁਣ ਸੈਂਟਰ ਗਵਰਨਮੈਂਟ ਟੈਕਸਿਸ ਪੂਰੇ ਆਉਣਗੇ, ਸਰ ਮਾਈਨਿੰਗ ਦੀ ਚੋਰੀ ਰੋਕ ਲਓ, ਸਰਕਾਰ ਕੋਲ ਪੈਸਾ ਠੀਕ ਕਰਾਂਗੇ, ਬਿਲਕੁਲ ਕਰਾਂਗੇ। ਅਸੀਂ ਮਾਈਨਿੰਗ ਵੀ ਠੀਕ ਕਰਾਂਗੇ, ਜਿਹੜਾ ਐਕਸਾਈਜ਼ ਦਾ ਉਹ ਵੀ ਠੀਕ ਕਰਾਂਗੇ ਜੀ। ਅਸੀਂ ਹਰ ਜਿਹੜਾ ਜਿੱਥੇ ਸਰਕਾਰ ਦੀ ਆਮਦਨ ਹੈਗੀ ਜੀ, ਉਸ ਤੇ ਸਾਰੇ ਪਾਸੇ ਜਿਹੜਾ ਕੰਮ ਕਰਕੇ ਆਮਦਨ ਵਧਾਵਾਂਗੇ। ਤੁਸੀਂ ਗੱਲਾਂ ਕਹਿ ਰਹੇ ਹੋ ਨਾ, ਸਰਕਾਰ ਜਦੋਂ ਬਣਦੀ ਹੈ ਨਾ 6 ਮਹੀਨੇ ਚੱਲ ਜਾਂਦੀਆਂ ਇਹ ਗੱਲਾਂ, ਕਰਾਂਗੇ 3 ਸਾਲ ਹੋ ਚੱਲੇ ਨੇ, ਹੁਣ ਵੀ ਹਲੇ ਤੁਸੀਂ ਇਹ ਕਹੀ ਜੋ ਕਿ ਅਸੀਂ ਕਰਾਂਗੇ। ਤੁਹਾਡੇ ਕੋਲ ਪਿੱਛੇ ਟਾਈਮ ਹੀ ਕਿੰਨਾ ਰਹਿ ਗਿਆ? ਸਾਡੇ ਕੋਲ ਬਹੁਤ, ਸਾਡੇ ਕੋਲ 10 ਸਾਲ 7 ਸਾਲ ਹੋਰ ਪਏ ਨੇ ਜੀ।
2 ਤੇ 5 ਅਗਲੇ ਪਏ ਨੇ ਜੀ 7 ਸਾਲ ਪਏ ਨੇ ਸਾਡੇ ਕੋਲ ਅਸੀਂ ਪੂਰਾ ਮੁਲਾਜ਼ਮਾਂ ਦੇ ਪੂਰੇ ਹੁਣ ਇਹ ਲਾਰਾ ਹੋਰ ਲੰਬਾ ਹੋ ਗਿਆ ਤੁਸੀਂ 7 ਸਾਲ ਇੰਤਜ਼ਾਰ ਕਰੋ ਫਿਰ 12 ਨਹੀਂ ਕਹਿ ਨਹੀਂ ਦਿਓ। ਪਹਿਲਾਂ ਕਰਦੇ ਅੱਛਾ ਇਹ ਲਾਰਾ ਤਾਂ ਹੋਰ ਲੰਬਾ ਹੋ ਗਿਆ ਨਹੀਂ, ਲਾਰਾ ਨਹੀਂ 7 ਸਾਲ ਵੇਟ ਕਰੋ 7 ਸਾਲਾਂ ਚ ਕਿਤੇ ਨਾ ਕਿਤੇ ਰੂੜੀ ਦੀ ਸੁਣੀ ਜਾਏਗੀ। ਹਰਪ੍ਰੀਤ ਜੀ ਇਹਨਾਂ ਨੇ ਨਾ 2 ਪੁਆਇੰਟ ਚੁੱਕੇ ਸੀ, ਚਲੋ ਜਲਦੀ ਕਰੋ ਆਪਾਂ ਹੁਣ ਵਾਈਂਡ ਅਪ ਕਰੀਏ। ਨਹੀਂ ਇਹ ਸਮਾਂ ਨਹੀਂ ਬਸ ਹੈਗਾ। 2 ਲਾਈਨਾਂ ਦਾ 2 ਲਾਈਨਾਂ ਦਾ। ਇਹਨਾਂ ਨੇ ਕਿਹਾ ਜੀ ਕਿ ਬਿਜਲੀ ਦੇ ਸਮਝੌਤੇ ਗਲਤ ਕੀਤੇ। ਜੋ ਬਿਜਲੀ ਦੇ ਸਮਝੌਤੇ ਹੋਏ ਨੇ, ਜੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਿਹੜੇ ਐਗਰੀਮੈਂਟ ਸੀ, ਉਹਦੇ ਵਿੱਚੋਂ ਨਾ ਕਾਮਾ ਚੇਂਜ ਕੀਤਾ, ਨਾ ਫੁੱਲ ਸਟਾਪ ਚੇਂਜ ਕੀਤਾ। ਸਾਰਾ ਜਿੰਨਾ ਕਿਹਾ ਬਿਜਲੀ total ਰੱਖ ਲਓ। ਅੱਛਾ total ਗਲਤ ਕਿਹਾ ਮੈਂ ਤੁਹਾਨੂੰ ਦੂਸਰੀ ਗੱਲ, ਇੱਕ ਮਿੰਟ ਮਨਮੋਹਨ ਸਿੰਘ ਬਦਨਾਮ ਕਰ ਰੌਲਾ ਰਿਹਾ। ਸ਼ਾਇਦ ਸਾਹਿਬ ਮੈਂ ਤੁਹਾਨੂੰ ਅੱਜ ਹੀ ਇਨਵੀਟੇਸ਼ਨ ਦੇਣਾ। ਨਹੀਂ, ਮੇਰੇ ਸਾਹਮਣੇ ਉਹਦੇ ਨਾਲ ਕੱਲ ਆਪਾਂ ਕਰਾਓ ਬਿਜਲੀ ਤੇ ਕਰਾਂਗੇ, ਸੁਖਬੀਰ ਕੱਲ ਆਪਾਂ ਸਾਹਿਬ, ਬਿਜਲੀ ਤੇ ਸਾਹਿਬ ਕਰਾਂਗੇ। ਮੈਂ ਤੁਹਾਨੂੰ ਹੁਣੇ ਸੱਦਾ ਬਾਲ ਦੇਣਾ ਕਿ ਕੱਲ ਸਾਹਿਬ ਬਿਜਲੀ ਤੇ ਕਰਾਂਗੇ, ਮੈਂ ਇਹਨੂੰ ਉਸ ਤੇ ਆਪਾਂ ਹਰ ਗੱਲ ਕਰਾਂਗੇ। ਕਰਾਂਗੇ। ਚਲੋ ਠੀਕ ਹੈ, ਮੈਨੂੰ ਵੀ ਸੱਦ ਲਿਓ, ਸਵਾਜ ਸਾਹਿਬ ਨੂੰ ਵੀ ਸੱਦ ਲਿਓ। ਸੁਖਬੀਰ ਬਾਦਲ ਨੂੰ ਬੁਲਾਓ। ਠੀਕ ਹੈ ਠੀਕ ਹੈ। ਕਿਉਂ ਬੁਲਾਓ ਚੀਫ ਮਿਨਿਸਟਰ ਨੂੰ, ਸੁਖਬੀਰ ਬਾਦਲ ਆ ਜਾਏਗਾ। ਬੁਲਾਓ ਕੈਪਟਨ ਅਮਰਿੰਦਰ ਨੂੰ, ਬੁਲਾਓ ਕੈਪਟਨ ਅਮਰਿੰਦਰ ਨੂੰ, ਸੁਖਬੀਰ ਬਾਦਲ ਨੂੰ ਮੈਂ ਲੈ ਕੇ ਆਉਂਗਾ। ਬੁਲਾ ਤੂੰ ਕੈਪਟਨ ਅਮਰਿੰਦਰ ਨੂੰ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਜੇ ਪੰਜਾਬ ਨੂੰ ਆਰਥਿਕ ਲੀਹਾਂ ਤੇ ਲੈ ਕੇ ਆਣਾ ਤਾਂ ਇਹ ਛੋਟੀਆਂ ਗੱਲਾਂ ਨਾਲ ਸ਼ਾਇਦ ਸਾਡੀ ਆਰਥਿਕਤਾ ਨਹੀਂ ਸੁਧਰਨ ਵਾਲੀ। ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ, ਆਰਥਿਕ ਹਾਲਾਤਾਂ ਨੂੰ ਸੁਧਾਰਨਾ ਚਾਹੁੰਦੇ ਹਾਂ, ਤਾਂ ਮੋٹے ਜਿਹੜੇ ਲੂਪਹੋਲ ਨੇ ਉਹ ਟਾਈਟ ਕਰਨੇ ਪੈਣੇ ਨੇ। ਇੰਤਜ਼ਾਰ ਰਹੇਗਾ ਕਿ ਉਹ ਕਦੋਂ ਟਾਈਟ ਹੁੰਦੇ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PDC ਨਿਊਜ਼ ਦੇ ਨਾਲ। ਧੰਨਵਾਦ।